ਵਾਹਿਗੁਰੂ ਜੀ ਕੀ ਫਤਿਹ। ਕੱਲ ਦੀ ਲੜੀ ਇਸ ਸਾਖੀ ਦੇ ਉੱਤੇ ਸਤਿਗੁਰਾਂ ਦੇ ਜੀਵਨ ਦੀ ਘਟਨਾ ਦੇ ਉੱਤੇ ਆਪਾਂ ਸਮਾਪਤ ਕੀਤੀ ਸੀ ਕਿ ਪਿਤਾ ਕਾਲੂ ਜੀ ਨੇ ਸਤਿਗੁਰਾਂ ਨੂੰ 20 ਰੁਪਏ ਦਿੱਤੇ ਨੇ ਸੌਦਾ, ਖਰਾ ਸੌਦਾ ਕਰਨ ਵਾਸਤੇ। ਉਹਨਾਂ 20 ਰੁਪਈਆਂ ਦਾ ਮੇਰੇ ਸਤਿਗੁਰਾਂ ਨੇ ਲੋੜਵੰਦਾਂ ਨੂੰ, ਰੱਬ ਦੇ ਪਿਆਰਿਆਂ ਨੂੰ ਭੋਜਨ ਆਦਿਕ ਛਕਾ ਕੇ, ਵਸਤਰਾਂ ਦੀ ਲੋੜ ਸੀ ਉਹ ਲੋੜ ਪੂਰੀ ਕਰਕੇ ਜਿਸ ਵੇਲੇ ਨਗਰ ਦੇ ਵਿੱਚ ਵਾਪਸ ਆਏ ਤੇ ਪਿਤਾ ਜੀ ਦੇ ਕੋਲੋਂ ਝਿੜਕਾਂ ਵੀ ਖਾਣ ਦਾ ਜਿਹੜਾ ਸੀ ਉਹ ਇੱਥੋਂ ਤੱਕ ਨੌਬਤ ਬਣੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਜੀਵਨ ਦੇ ਪੰਧ ਨੂੰ ਦਿਨੋਂ ਦਿਨ ਜਿਉਂ ਬਸਰ ਕਰਦੇ ਨੇ। ਇੱਧਰ ਸਤਿਗੁਰਾਂ ਦੀ ਵੱਡੀ ਭੈਣ ਸਤਿਕਾਰਯੋਗ ਬੇਬੇ ਨਾਨਕੀ ਜੀ, ਉਹਨਾਂ ਦਾ ਜਿਹੜਾ ਆਨੰਦ ਕਾਰਜ ਦਾ ਸਮਾਂ ਆ ਜਾਂਦਾ, ਇਉਂ ਕਹਿ ਲਈਏ ਉਹਨਾਂ ਦੀ ਉਮਰ ਵਿਆਹ ਦੇ ਕੋਲ ਹੋ ਜਾਂਦੀ ਹੈ। ਹੁਣ ਇੱਥੇ ਇੱਕ ਗੱਲ ਨੂੰ ਆਪ ਜੀ ਪਕੜ ਦੇ ਵਿੱਚ ਰੱਖਣਾ। ਇੱਕ ਪਾਸੇ ਹੈ ਨਵਾਬ ਦੌਲਤ ਖਾਨ ਲੋਧੀ, ਜਿਹਦੀ ਗਾਂਹ ਜਾ ਕੇ ਆਪਾਂ ਸੁਲਤਾਨਪੁਰ 'ਚ ਗੱਲ ਕਰਨੀ ਹੈ। ਇਹਦੇ ਕੋਲ ਦੀਵਾਨ ਲੱਗਾ ਹੋਇਆ ਹੈ ਭਾਈ ਜੈ ਰਾਮ ਜੀ। ਸਰਕਾਰੀ ਕੰਮ ਕਾਜ ਹੋਣ ਕਰਕੇ, ਜਾਂ ਇਉਂ ਕਹਿ ਲਈਏ ਸਰਕਾਰੀ ਅਹਿਲਕਾਰ ਹੋਣ ਕਰਕੇ, ਭਾਈ ਜੈ ਰਾਮ ਜਿਹੜੇ ਨੇ ਉਹ ਕਦੀ ਦੂਰ ਦਰਾਡੇ ਤੇ ਆਉਣਾ ਜਾਣਾ ਇਹਨਾਂ ਦਾ ਬਣਿਆ ਰਹਿੰਦਾ। ਇਸੇ ਹੀ ਕੰਮਾਂ ਦੇ ਤਹਿਤ ਇਹਨਾਂ ਦਾ ਜਿਹੜਾ ਹੈ ਤਲਵੰਡੀ ਦੀ ਧਰਤੀ ਦੇ ਉੱਤੇ ਇੱਥੇ ਵੀ ਆਉਣਾ ਜਾਣਾ ਬਣਦਾ ਹੈ। ਭਾਈ ਜੈ ਰਾਮ ਜੀ ਇੱਥੇ ਜਿਹਦੇ ਕੋਲ ਆਉਂਦੇ ਨੇ ਉਹਦਾ ਮੌਕੇ ਦੇ ਹਾਕਮ ਦਾ ਜਾਂ ਜਗੀਰਦਾਰ ਦਾ ਨਾਮ ਹੈ, ਜਦੋਂ ਅਸੀਂ ਉਹਨਾਂ ਦਾ ਨਾਮ ਦੇਖਦੇ ਹਾਂ ਇਤਿਹਾਸ ਦੇ ਵਿੱਚੋਂ, ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਉਹ ਰਾਏ ਬੁਲਾਰ ਹੈ, ਕਿਉਂਕਿ ਇਹਦੇ ਪਿਤਾ ਰਾਏ ਭੋਏ ਦੇ ਨਾਂ ਤੇ ਇਹ ਨਗਰ ਵਸਿਆ ਹੋਇਆ ਹੈ। ਹੁਣ ਰਾਏ ਬੁਲਾਰ ਦੇ ਨਾਲ ਇਹਨਾਂ ਦੀ ਕਾਫੀ ਨੇੜਤਾ ਹੈ, ਤੇ ਰਾਏ ਬੁਲਾਰ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ, ਪਿਤਾ ਕਾਲੂ ਜੀ ਰੱਖਦੇ ਨੇ। ਇਹਨਾਂ ਤਿੰਨਾਂ ਜਾਣਿਆਂ ਦਾ ਆਪਸ ਦੇ ਵਿੱਚ ਮਿਲਾਪ ਹੁੰਦਾ ਰਹਿੰਦਾ ਹੈ। ਇਹ ਫੇਰ ਮੈਂ ਘੜੀ ਨੂੰ ਜੋੜ ਦੇਵਾਂ। ਸੁਲਤਾਨਪੁਰ ਲੋਧੀ, ਉੱਥੋਂ ਦਾ ਹਾਕਮ ਹੈ ਨਵਾਬ ਦੌਲਤ ਖਾਂ। ਦੌਲਤ ਖਾਂ ਦਾ ਦੀਵਾਨ ਹੈ ਭਾਈ ਜੈ ਰਾਮ ਜੀ। ਭਾਈ ਜੈ ਰਾਮ ਸਰਕਾਰੀ ਕੰਮਾਂ ਕਾਜਾਂ ਦੇ ਵਿੱਚ ਤਲਵੰਡੀ ਦੀ ਧਰਤੀ ਦੇ ਉੱਤੇ ਰਾਏ ਬੁਲਾਰ ਦੇ ਕੋਲ ਆਉਂਦੇ ਨੇ। ਰਾਏ ਬੁਲਾਰ ਦਾ ਜਿਹੜਾ ਹੈ ਉਹ ਪਟਵਾਰ ਖਾਨੇ ਦਾ ਕੰਮ ਸਾਂਭਿਆ ਹੋਇਆ ਪਿਤਾ ਕਾਲੂ ਜੀ ਨੇ। ਇਹ ਤਿੰਨੇ ਜਾਣੇ ਆਪਸ ਦੇ ਵਿੱਚ ਜਾਣਦੇ ਨੇ, ਇੱਕ ਦੂਜੇ ਦੇ ਸੁਭਾਅ ਤੋਂ, ਇੱਕ ਦੂਜੇ ਦੇ ਜੀਵਨ ਤੋਂ, ਤੇ ਸਾਰਾ ਕੁਝ ਇੱਧਰ ਉੱਧਰ ਦੀਆਂ ਗੱਲਾਂ ਤੋਂ ਬੜੇ ਚੰਗੀ ਤਰ੍ਹਾਂ ਜਾਣੂ ਨੇ। ਇੱਧਰ ਮਾਤਾ ਬੇਬੇ ਨਾਨਕੀ ਜੀ ਜਿਸ ਵੇਲੇ ਵਿਆਹਣ ਜੋਗੇ ਹੋਏ ਤੇ ਪਿਤਾ ਕਾਲੂ ਜੀ ਨੇ ਰਾਏ ਬੁਲਾਰ ਦੇ ਨਾਲ ਪ੍ਰੇਮ ਚੰਗਾ ਸੀ, ਸੰਬੰਧ ਚੰਗੇ ਸਨ। ਰਾਏ ਬੁਲਾਰ ਦੇ ਨਾਲ ਸਲਾਹ ਕੀਤੀ ਕਿ ਆਪਣੀ ਨਾਨਕੀ ਜਿਹੜੀ ਹੈ ਉਹ ਵਿਆਹਣ ਜੋਗੀ ਹੋ ਗਈ ਹੈ, ਕਿਉਂ ਨਾ ਹੋਵੇ ਕਿ ਆਪਾਂ ਜੈ ਰਾਮ ਜੀ ਦੇ ਨਾਲ ਨਾਨਕੀ ਦਾ ਜਿਹੜਾ ਉਹ ਰਿਸ਼ਤਾ ਜੋੜ ਦਈਏ। ਇਹਨਾਂ ਦੇ ਦੋਨਾਂ ਦੇ ਵਿੱਚ ਆਖਰ ਰਾਏ ਬੁਲਾਰ ਨੇ ਵਿਚੋਲਗੀ ਕਰਕੇ ਬੇਬੇ ਨਾਨਕੀ ਦਾ ਜਿਹੜਾ ਵਿਆਹ ਹੈ, ਸ਼ਾਦੀ ਹੈ, ਉਹ ਭਾਈ ਜੈ ਰਾਮ ਜੀ ਦੇ ਨਾਲ ਕਰ ਦਿੱਤੀ। ਹੁਣ ਭਾਈ ਜੈ ਰਾਮ ਜੀ ਦਾ ਪਿਤਾ ਕਾਲੂ ਜੀ ਦੇ ਘਰ ਦੇ ਵਿੱਚ ਸਹੁਰੇ ਤੇ ਜਵਾਈ ਵਾਲਾ ਰਿਸ਼ਤਾ ਬਣ ਗਿਆ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਪਤਾ ਲੱਗਾ ਕਿ ਮੇਰੇ ਭੈਣ ਦੀ ਸ਼ਾਦੀ ਕੀਤੀ ਜਾ ਰਹੀ ਹੈ, ਤੇ ਪਿਤਾ ਕਾਲੂ ਜੀ ਨੇ ਸਲਾਹ ਮਸ਼ਵਰਾ ਲਿਆ। ਸਤਿਗੁਰਾਂ ਨੇ ਦੇਖ ਕੇ ਬਿਲਕੁਲ ਦਰੁਸਤ ਕਹਿ ਦਿੱਤਾ ਕਿ ਇਹ ਆਨੰਦ ਕਾਰਜ ਵਾਸਤੇ ਜਾਂ ਸ਼ਾਦੀ ਵਾਸਤੇ ਜਿਹੜਾ ਹੈ ਇਹ ਵਾਰਿਆ ਸਾਡੀ ਨਾਨਕੀ ਦੇ ਲਈ ਬੜਾ ਚੰਗਾ ਹੈ। ਤੇ ਮੈਂ ਇੱਥੇ ਇੱਕ ਬੇਨਤੀ ਕਰਾਂ, ਅਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਚਪਨ ਹੈ ਤਲਵੰਡੀ ਦਾ, ਜਾਂ ਜਵਾਨੀ ਤਲਵੰਡੀ ਦੇ 32 ਸਾਲ ਪਹਿਲੇ ਨੇ, ਉਹ ਤਕਰੀਬਨ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਆ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੂੰ ਇਹ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਜਾਂ ਵਿਹਲੇ ਆਦਿਕ ਵਿਖਾਇਆ ਜਾਂਦਾ ਹੈ। ਨਹੀਂ, ਇਹ ਬੇਬੇ ਨਾਨਕੀ ਦੀ ਸ਼ਾਦੀ ਜਿਹੜੀ ਹੈ
ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੂਰੀ ਜ਼ਿੰਮੇਵਾਰੀ ਦੇ ਨਾਲ ਵਿੱਚ ਆਪ ਲੱਗ ਕੇ ਸਾਰਾ ਕਾਰਜ ਨਿਭਾਇਆ ਹੈ। ਭਰਾ ਦੇ ਜਿਹੜੇ ਭੈਣ ਪ੍ਰਤੀ ਫਰਜ਼ ਨੇ ਕਿਵੇਂ ਨਾ ਗੁਰੂ ਨਾਨਕ ਸਾਹਿਬ ਨਿਭਾਉਂਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਭੌਰੀ ਸਭ ਤੋਂ ਪਹਿਲਾਂ ਜੇ ਕੋਈ ਸਿੱਖ ਹੋਇਆ ਤੇ ਉਹ ਬੇਬੇ ਨਾਨਕੀ ਹੈ। ਇਹਨੇ ਪ੍ਰੇਮ ਦੇ ਨਾਲ ਬੇਬੇ ਨਾਨਕੀ ਆਪਣੇ ਵੀਰ ਦੇ ਨਾਲ ਲਾਡ ਲਡਾਉਂਦੇ, ਇਕੱਠੇ ਖੇਡਦੇ ਰਹੇ, ਇੱਕ ਦੂਜੇ ਨੂੰ ਦੁੱਖ ਸੁੱਖ ਦੇ ਭਾਈਵਾਲ ਸਾਂਝੇਵਾਲ ਸਨ। ਤੇ ਅੱਜ ਬੇਬੇ ਨਾਨਕੀ ਦੀ ਸ਼ਾਦੀ ਇਹ ਕਿਉਂ ਨਾ ਹੋਵੇ ਕਿ ਗੁਰੂ ਨਾਨਕ ਸਾਹਿਬ ਕਿਸੇ ਗੱਲੋਂ ਪਿੱਛੇ ਰਹੇ ਹੋਣ। ਸੋ ਸਤਿਗੁਰਾਂ ਨੇ ਪੂਰੀ ਜ਼ਿੰਮੇਵਾਰੀ ਦੇ ਨਾਲ ਇਸ ਆਨੰਦ ਕਾਰਜ ਨੂੰ, ਇਸ ਸ਼ਾਦੀ ਨੂੰ ਮੁਕੰਮਲ ਕਰਵਾਇਆ। ਤੇ ਜੋ ਸਾਡੀ ਮਰਿਆਦਾ ਹੈ, ਜੋ ਸਾਡੀ ਰਹੁ ਰੀਤ ਹੈ, ਉਹਦੇ ਤਹਿਤ ਸੁਲਤਾਨਪੁਰ ਭੈਣ ਦੇ ਨਾਲ ਵੀ ਗਏ, ਪਰਤ ਕੇ ਸੁਲਤਾਨਪੁਰ ਵਾਪਸ ਆ ਗਏ। ਬੇਬੇ ਨਾਨਕੀ ਜੀ ਦੀ ਸ਼ਾਦੀ ਹੋ ਚੁੱਕੀ ਹੈ। ਇਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜਾ ਉਹ ਆਪਣੀ ਸੁਰਤ ਜੋੜਦੇ ਨੇ। ਹੁਣ ਇਸੇ ਧਰਤੀ ਦੇ ਉੱਤੇ ਇੱਕ ਮਿਰਾਸ ਜਾਤੀ ਦਾ ਇਹ ਨੌਜਵਾਨ ਹੈ, ਜਿਹਦਾ ਨਾਮ ਇਤਿਹਾਸ ਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਨੇ ਦਾਨਾ ਕਰਕੇ ਦਿੱਤਾ ਹੈ। ਇਹਨਾਂ ਦੇ ਘਰ ਦੀ ਇਹ ਵੀ ਗੱਲ ਪ੍ਰਚਲਿਤ ਸੀ ਕਿ ਇਹਨਾਂ ਦੇ ਘਰ 'ਚ ਇਹਨਾਂ ਤੋਂ ਪਹਿਲਾਂ ਕਈ ਬੱਚੇ ਪੈਦਾ ਹੋਏ, ਪਰ ਉਹ ਬਚਦੇ ਨਹੀਂ ਸਨ, ਚੜ੍ਹਾਈ ਕਰ ਜਾਂਦੇ ਸਨ। ਆਖਰ ਪਰਮੇਸ਼ਰ ਨੇ ਕਿਰਪਾ ਕੀਤੀ, ਇਸ ਦਾਨੇ ਦੀ ਉਮਰ ਜਿਹੜੀ ਹੈ ਉਹ ਹੌਲੀ ਹੌਲੀ ਵਧਣ ਲੱਗੀ ਤੇ ਮਾਂ ਪਿਓ ਨੂੰ ਬੜੇ ਜਿਹੜੇ ਚਾਅ ਸਨ, ਇਹ ਜੋ ਉਹਨਾਂ ਤੋਂ ਉਮੀਦਾਂ ਸਨ, ਉਹ ਨਜ਼ਰ ਆਉਣ ਲੱਗੀਆਂ। ਅਸਲ ਦੇ ਵਿੱਚ ਅੱਜ ਅਸੀਂ ਜਿਹੜਾ ਇੱਥੇ ਧਿਆਨ ਨਾਲ ਸਮਝੋ, ਮਿਰਾਸੀ ਅਸੀਂ ਇੱਕ ਗਲਤ ਸ਼ਬਦਾਂ ਦੇ ਵਿੱਚੋਂ ਵਰਤ ਦਿੰਦੇ ਆ। ਮਿਰਾਸੀ ਜਿਹੜਾ ਹੈ ਉਹ ਫਾਰਸੀ ਭਾਸ਼ਾ ਦਾ ਸ਼ਬਦ ਹੈ। ਜੇ ਤੁਸੀਂ ਕਿਤੇ ਮਹਾਨ ਕੋਸ਼ ਪੜੋ, ਉਹ ਇਹਦੇ ਅਰਥ ਨਿਕਲਦੇ ਨੇ ਮਿਰਾਸ। ਇਹ ਮਿਰਾਸ ਤੋਂ ਬਣਿਆ ਹੈ। ਮਿਰਾਸ ਦਾ ਅਰਥ ਹੁੰਦਾ ਹੈ ਉਹ ਤੁਹਾਡੇ ਪਰਿਵਾਰ ਦੀ ਜਾਂ ਤੁਹਾਡੇ ਖਾਨਦਾਨ ਦੀ ਜਿਹੜੀ ਡਿਟੇਲ ਹੈ, ਖਾਨਦਾਨ ਹੈ, ਉਹਨੂੰ ਸਾਂਭਣ ਵਾਲਾ, ਉਹ ਇਤਿਹਾਸ ਨੂੰ ਲੁਕੋਈ ਬੈਠੇ ਨੇ। ਅਸਲ ਦੇ ਵਿੱਚ ਜਿਹੜੇ ਮਿਰਾਸੀ ਹੁੰਦੇ ਸਨ, ਇਹਨਾਂ ਦੇ ਕੋਲ ਪੀੜ੍ਹੀਨਾਮਾ ਸਾਡੇ ਪਰਿਵਾਰ ਦਾ ਹੁੰਦਾ ਸੀ। ਇਹਨਾਂ ਦਾ ਕੰਮ ਸੀ ਕਿ ਇਹ ਵੱਡਿਆਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਉਸਤਤ ਕਰਨੀ, ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਉਹਨਾਂ ਵੱਡਿਆਂ ਵਡੇਰਿਆਂ ਦੇ ਨਾਮ ਲੈਣੇ, ਤੇ ਘਰ ਵਾਲੇ ਖੁਸ਼ ਹੋ ਕੇ ਉਹਨਾਂ ਨੂੰ ਜਿਹੜੇ ਸਨ ਉਹ ਰੋਟੀ ਟੁੱਕ ਵਾਸਤੇ ਕੋਈ ਨਾ ਕੋਈ ਧਨ ਦੌਲਤ, ਲੀੜਾ ਕੱਪੜਾ ਆਦਿਕ ਚੀਜ਼ਾਂ ਦਿੰਦੇ ਨੇ। ਇਧਰ ਭਾਈ ਮਰਦਾਨਾ ਜੀ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸੁਭਾਵਕ ਹੈ ਕਿ ਆਉਂਦੇ ਜਾਂਦੇ ਨੇ। ਇਹ ਮੈਂ ਬੇਨਤੀ ਕਰਾਂ, ਜਿਹੜੀਆਂ ਘਟਨਾਵਾਂ ਨੇ ਇਹ ਇੱਕ ਇੱਕ ਦਿਨ ਦੀਆਂ ਘਟਨਾਵਾਂ ਨਹੀਂ, ਇਹਨਾਂ ਦੀ ਕੜੀ ਪਹਿਲਾਂ ਜੁੜੀ ਹੋਈ ਹੈ। ਉਮਰ ਕਰਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ ਤਕਰੀਬਨ 10 ਸਾਲ ਵੱਡੇ ਨੇ। ਤੇ ਮੇਰੇ ਸਤਿਗੁਰੂ ਜੀ ਜਿਸ ਵੇਲੇ ਮੱਝਾਂ ਚਾਰੀਆਂ, ਸੌਦਾ ਕੀਤਾ, ਕਿਸੇ ਪਾਸੇ ਪੂਰੀ ਜਿਹੜੀ ਪਰਿਵਾਰ ਨੂੰ ਜਾਪਿਆ ਨਹੀਂ ਬਣੀ, ਤੇ ਸਤਿਗੁਰੂ ਇਕਾਂਤ ਦੇ ਵਿੱਚ ਜਾ ਕੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਮਰਦਾਨਾ ਜੀ ਭਾਈ ਦਾਨਾ ਜੀ ਕਈ ਵਾਰੀ ਉਹਨਾਂ ਨੂੰ ਮਿਲਦੇ ਨੇ। ਤੇ ਅੱਜ ਗੁਰੂ ਨਾਨਕ ਸਾਹਿਬ ਦਾ ਮਿਲਾਪ ਜਿਹੜਾ ਹੈ ਕੁਝ ਦਿਨ ਹੋ ਗਏ ਨੇ ਕਿ ਭਾਈ ਦਾਨੇ ਦੇ ਨਾਲ ਹੋਇਆ ਨਹੀਂ। ਤੇ ਸਤਿਗੁਰਾਂ ਨੇ ਜਦੋਂ ਭਾਈ ਦਾਨਾ ਜੀ ਮਿਲੇ ਤੇ ਇਹ ਸੁਭਾਵਕ ਕਹਿ ਦਿੱਤਾ, ਕਹਿ ਲਗੇ ਕੀ ਗੱਲ ਹੈ, ਤੁਸੀਂ ਨਜ਼ਰ ਨਹੀਂ ਆ ਰਹੇ, ਕਿੰਨੇ ਦਿਨ ਹੋ ਗਏ ਨੇ। ਤੇ ਉਹਨਾਂ ਨੇ ਇੱਕ ਗੱਲ ਕਹੀ, ਜਜਮਾਨ ਤੁਸੀਂ ਪਟਵਾਰੀ ਦੇ ਪੁੱਤਰ, ਜੇ ਕੰਮ ਕਰੋ ਤਾਂ ਵੀ ਸਰ ਜਾਣਾ ਹੈ, ਨਾ ਕਰੋ ਤਾਂ ਵੀ ਸਰ ਜਾਣਾ ਹੈ। ਮੈਂ ਗਰੀਬ ਮਿਰਾਸੀ ਹਾਂ, ਮੇਰੇ ਪਰਿਵਾਰ ਦਾ ਗੁਜ਼ਾਰਾ ਏਦਾਂ ਵਿਹਲਿਆ ਫਿਰਿਆ ਨਹੀਂ ਹੋਣਾ। ਸਤਿਗੁਰੂ ਕਹਿਣ ਲੱਗੇ ਫੇਰ? ਕਹਿਣ ਲੱਗੇ ਮੇਰੇ ਪਿਤਾ ਜੀ ਕਹਿੰਦੇ ਨੇ ਕਿ ਤੂੰ ਆਪਣਾ ਪਿਤਾ ਪੁਰਖੀ ਕਿੱਤਾ ਸਾਂਭ, ਮੈਂ ਹੁਣ ਰਵਾਬ ਸਿੱਖਿਆ ਕਰਨੀ ਹੈ। ਸਤਿਗੁਰੂ ਕਹਿਣ ਲੱਗੇ ਬੜੀ ਚੰਗੀ ਗੱਲ ਹੈ। ਕਹਿੰਦੇ ਮੈਂ ਹੁਣ ਤੁਹਾਡੇ ਨਾਲ ਨਹੀਂ ਆ ਸਕਦਾ, ਮੈਂ ਰਵਾਬ ਵਜਾਇਆ ਕਰਾਂਗਾ। ਸਤਿਗੁਰੂ ਕਹਿ ਲੱਗੇ ਜਿਹੜੀ ਰਵਾਬ ਤੂੰ ਲੋਕਾਂ ਦੇ ਕੋਲ ਵਜਾਉਣੀ ਹੈ, ਉਹ ਰਵਾਬ ਮੇਰੇ ਕੋਲ, ਸਾਡੇ ਕੋਲ ਆਣ ਕੇ ਵਜਾ ਲਿਆ ਕਰੀ। ਤੇ ਉਸ ਵੇਲੇ ਭਾਈ ਦਾਨਾ ਜੀ ਕਹਿਣ ਲੱਗੇ, ਦਾਤਾ ਜੀ ਜਜਮਾਨ, ਮੈਂ ਰਵਾਬ ਲੋਕਾਂ ਦੇ ਦਰਾਂ ਤੇ ਬੂਹਿਆਂ ਦੇ ਅੱਗੇ ਜਾ ਕੇ ਵਜਾਵਾਂਗਾ, ਉਹ ਖੁਸ਼ ਹੋ ਕੇ ਮੈਨੂੰ ਪੈਸੇ ਦੇਣਗੇ। ਤੁਹਾਡੇ ਕੋਲ ਰਵਾਬ ਵਜਾਵਾਂਗੇ ਤੇ ਇੱਥੇ ਗਾਉਣ ਵਾਲਾ ਕੌਣ ਹੋਵੇਗਾ? ਸਤਿਗੁਰੂ ਕਹਿਣ ਲੱਗੇ ਇੱਥੇ ਜਿਹੜਾ ਗਾਉਣ ਵਾਲਾ ਉਹ ਮੈਂ ਹੋਇਆ ਕਰਾਂਗਾ, ਤੂੰ ਰਵਾਬ ਵਜਾਇਆ ਕਰੀ ਤੇ ਮੈਂ ਜਿਹੜਾ ਉਹ ਗਾਇਆ ਕਰਾਂਗਾ। ਕਹਿਣ ਲੱਗਾ ਜਜਮਾਨ ਮੈਨੂੰ ਸਮਝ ਨਹੀਂ ਆਉਂਦੀ, ਅਸੀਂ ਗਰੀਬ ਲੋਕ ਤੁਹਾਡੀ ਵਡਿਆਈ ਕਰਦੇ ਹਾਂ ਵੱਡਿਆਂ ਦੀ, ਤੇ ਤੁਸੀਂ ਅਮੀਰ ਲੋਕ ਤੁਸੀਂ ਕਿਹਦੀ ਵਡਿਆਈ ਕਰੋਗੇ? ਤੇ ਸਤਿਗੁਰਾਂ ਨੇ ਕਿਹਾ ਸੀ, ਕਹਿ ਲੱਗੇ ਮੈਂ ਵਡਿਆਈ ਉਸ ਅਕਾਲ ਪੁਰਖ ਵਾਹਿਗੁਰੂ, ਉਸ ਪਰਮਾਤਮਾ ਦੀ ਕਰਾਂਗਾ। ਕਹਿਣ ਲੱਗੇ ਜਜਮਾਨ ਮੇਰੀ ਨਿਭਣੀ ਨਹੀਂ।
सतगुरु कह लगे की गल होई? कह लगे मैं लोगों के घरां च जाके वडियाई करदा हाँ, 4 दाने मिल जाते ने, संसार खुश हो जाता है। रब की वडियाई कीते ते भुखे मरांगे, उतों मिलना की है? सतगुरु कह लगे दानिया तेरा नाम बड़ा सोहना है, तू दाना है, पर एक गल याद रखी, तू दाना नहीं, तू मरदाना बन, मर्द बन। लोकां दी वडियाई करदा है, 4 दिन खाण नूं दाने मिल जाते ने। याद रखी जे निरंकार दी रल के वडियाई करांगे ते तैनूं निरंकार ही मिल जाएगा, तैनूं होर कुछ नहीं, तैनूं परमात्मा ही मिल जाएगा। उस दिन तो भाई मरदाना जी, ये कह लीए भाई दाना जी का नाम सतगुरां ने मरदाना बख्शिया। भाई मरदाने दी ते गुरु नानक साहब की जोटी जिहड़ी ये बड़े प्यार वाली है। मैं परसों एक गल कही सी, आप नूं ज्ञात होवे, साडी कलम ने कदी भी इतिहास दे नाल इंसाफ नहीं कीता। असी गुरु नानक साहब जी नूं जिहड़ा ओह इहो जिहा बेरुखा जिहा जीवन सामने लिया के रख दिता, पिता कालू नूं क्रोधी विखा दिता। इहदे नाल दी नाल भाई मरदाने नूं असी केवल ते केवल विकारी भावना वाला इउं कह दईए वेलड़ विखा दिता। कदी भाई मरदाने नूं भुख लगदी है, कदी प्यास लगदी है। इन्हां चीज़ां दे विच भाई मरदाने नूं जिहड़ा ओह लिया के पेश करके रख दिता। मैं कुछ उदाहरणां देणीआं ने, याद रखियो। अमृत बाणी का एक बड़ा प्यारा फैसला है। गुरु अर्जुन साहब कह लगे भलिया तू गुरु नानक साहब जी दे दीदार कर, तेरा पार उतारा होवेगा। जे दीदार नहीं कर सकदा ते गुरु नानक साहब दे अमृत बोल कन्ना दे नाल सुण। ते कहन लग पुछन लगे जग्यासू सतगुरु की होवेगा? कहन लगे जे मालक तेरे ते त्रुट पिया, याद रखी तेरा जन्म मरण कटिया जावेगा। सतगुरु कोई उदाहरण भी दे दिओ, कोई इहो जी गल भी दस दिओ, किहड़े किहड़े गुरु नानक की कृपा दे नाल तरदे ने, कोई चंगे तरदे होणगे? सतगुरु कहन लगे नहीं, ओदी रहमत दा नहीं पता। सतगुरु कह लगे मेरे मूर्ख वल वेखो। सतगुरु ने उत्थे मूर्ख शब्द वरतिया। कह लगे मेरे मूर्ख वल वेखो, मेरे वर्गे एक नहीं अनेका पापी गुरु नानक साहब ने तार दिते। जेड़ा भी मनुख एक बार गुरु दे चरना दा भौरा बन गया, बचन सुन ले जां अखी दीदार कर ले, ओह बाद दे विच जन्म मरण दे चक्करां दे विच नहीं आया। वो असीं सतगुरु गुरु अर्जुन साहब दा अमृत बचन पढ़दे जी, मैं मूर्ख की केतक बात है। कहंदे मेरी किहड़ी गल पुछदे पए जी, मेरी कोई गल छड्डो, मैं मूर्ख की केतक बात है। कोट अपराधी गुनाहगार, कोट अपराधी तरियारे गुर नानक जिन सुनिया पेखिया से फिर गरभास ना भरिया। गरभास कहंदे ने जन्म मरण दे चक्कर दे विच। ते जिहड़ा भाई मरदाना जी, मैं थोड़े जे समा भाई मरदाने ते लाउणा, ज्यों ज्यों बाकी जिक्र आवेगा, अपने को दिन थोड़े ने, ज्यों ज्यों जिक्र आएगा भाई मरदाने दा आपां करदे जावांगे। भाई मरदाना रवाब वजाउंदा है। मेरे सतगुरु जी मुख दे उत्तों धुर दी बाणी उचारण करदे ने। ये सधारण गीत नहीं, सधारण कविता नहीं सी। अज साडे रागी सिंह अमृत बाणी पढ़दे ने ना, कई बारी असीं ट्यूनां जिहड़ियां ने ओह गीतां वालियां बनाईयां हुंदियां ने, पर गुरु ग्रंथ साहब नूं पुछ के चलिया करो, दाता जी मैं गीतां ते इहनूं गा लवां, ये भी ते गीत ही ने। भगत साहब जी कह लगे पुत नहीं, ये गीत नहीं। कह लगे लोक जाने ये गीत है, कि इन लोकां दे भाणे गीत है, तू इनू भावना दे नाल फोल, ये तो ब्रह्म विचार, ये तो ब्रह्म दी विचार है, ये मालक दे घर दी बाणी है। किन्ना वड भागा होवेगा भाई मरदाना जिदों सतगुरु धुर दी बाणी उचारण करदे ने। बाणी तो पहला मुख दे उत्ते नाम किसे दा आउंदा ते ओह भाई मरदाने दा आउंदा है। मरदानिया रवाब छेड़। अगला स्टैप, भाई मरदाना जी रवाब वजाउंदे ने मेरे सतगुरां दे बिल्कुल सन्मुख बैठ के। सतगुरां दे जे दीदार करदा है भाई मरदाना करदा है। जे सतगुरां दे कोलों सब तो पहला अमृत बाणी सुनदा ओह भाई मरदाना सुनदा है। गुरु अर्जुन साहब ने दो गल्लां कहियां, जां वेख ला जां सुन ला। भाई मरदाना दोने गल्लां इक्को वार ही करदा। गुरु नानक साहब दे दीदार भी करदा ते गुरु नानक साहब दे मुख तो अमृत बाणी भी पिया सुनदा है। इतिहास ने वक्खो वक् तरीका लिखिया ने, ये आपां बहुती उलझन च ना पईए। तकरीबन अद्धी सदी 50 साल भाई मरदाना जी ने जिहड़ा है वो गुरु नानक साहब दे नाल कीर्तन कीता।
ਕਿੰਨਾ ਵਡਭਾਗਾ ਹੋਵੇਗਾ ਭਾਈ ਮਰਦਾਨਾ। ਅੱਜ ਅਸੀਂ ਗੁਰੂ ਨੂੰ ਮਨਾਉਣ ਆਉਂਦੇ, ਘਰਾਂ ਚੋਂ ਗੁਰੂ ਨੂੰ ਮਨਾਉਣ ਆਉਂਦੇ ਆ ਨਾ, ਮਨੁੱਖ ਦੇ ਉੱਤੇ ਸਮਾਂ ਚੰਗਾ ਮਾੜਾ ਆਉਂਦਾ, ਅਸੀਂ ਗੁਰੂ ਦੇ ਅੱਗੇ ਬੇਨਤੀਆਂ ਕਰਦੇ ਹਾਂ, ਅਰਜ਼ੋਈਆਂ ਕਰਦੇ, ਮਨਾਉਣ ਆਉਂਦੇ ਆ। ਪਰ ਕਿੰਨਾ ਵਡਭਾਗਾ ਭਾਈ ਮਰਦਾਨਾ। ਭਾਈ ਮਰਦਾਨਾ ਚਲਿਆ ਜਾਂਦਾ, ਗੁਰੂ ਉਹਨੂੰ ਮਨਾਉਣ ਜਾਂਦਾ, ਮਰਦਾਨਿਆ ਤੈਨੂੰ ਮੈਂ ਜਾਣ ਨਹੀਂ ਦੇਣਾ, ਆ ਪ੍ਰਮਾਤਮਾ ਦੀ ਸਿਫਤ ਕਰੀ। ਕਿ ਕਿੰਨਾ ਕੁ ਤਰੁੱਠਾ ਹੋਵੇਗਾ ਗੁਰੂ ਉਹਦੇ ਉੱਤੇ। ਮੁਸ਼ਕਲ ਇਸ ਗੱਲ ਦੀ ਹੈ ਗੁਰਮੁਖੋ, ਮੇਰੀ ਗੱਲ ਚੁਭੇ ਨਾ, ਜਿਨ੍ਹਾਂ ਨੂੰ ਅਸੀਂ ਸੰਤ ਬਣਾਇਆ ਹੋਇਆ ਹੈ, ਜਿਨ੍ਹਾਂ ਨੂੰ ਅਸੀਂ ਬਾਬੇ ਬਣਾਇਆ, ਉਹਨਾਂ ਦੀ ਤੇ ਤੁਸੀਂ ਨਿੰਦਿਆ ਸੁਣ ਨਹੀਂ ਸਕਦੇ। ਉਹਨਾਂ ਬਾਰੇ ਕਹਿੰਦੇ ਜੀ ਮਹਾਤਮਾ ਦੀ, ਸਾਡੇ ਸੰਤਾਂ ਦੀ ਨਿੰਦਿਆ ਕਰਦੀ। ਭਾਈ ਮਰਦਾਨੇ ਬਾਰੇ ਅਸੀਂ ਜੋ ਮਰਜ਼ੀ ਬੋਲੀ ਜਾਂਦੇ ਆ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਸੱਜਣ ਠੱਗ ਸੁਣਦਾ ਉਹ ਬਦਲ ਜਾਂਦਾ ਹੈ, ਇੱਕ ਸ਼ਬਦ ਵਲੀ ਕੰਧਾਰੀ ਸੁਣਦਾ ਹੈ ਉਹ ਬਦਲ ਜਾਂਦਾ ਹੈ, ਇੱਕ ਸ਼ਬਦ ਸਤਿਗੁਰੂ ਜਿਹਨੂੰ ਸੁਣਾਉਂਦੇ ਉਹਦਾ ਜੀਵਨ ਬਦਲ ਜਾਂਦਾ ਹੈ। ਜਿਸ ਬਾਬੇ ਨਾਨਕ ਨੇ 974 ਸ਼ਬਦ ਉਚਾਰਨ ਕੀਤੇ 19 ਰਾਗਾਂ ਦੇ ਵਿੱਚ, ਭਾਈ ਮਰਦਾਨੇ ਦਾ ਕੀ ਪਾਰ ਉਤਾਰਾ ਨਾ ਹੋਇਆ ਹੋਵੇਗਾ? ਕਿ ਭਾਈ ਮਰਦਾਨੇ ਦੇ ਅੰਦਰ ਉਹ ਨਿਰੰਕਾਰ ਨਾ ਵਸਿਆ ਹੋਵੇਗਾ? ਅਗਲੀ ਗੱਲ, ਭਾਈ ਮਰਦਾਨਾ ਰਵਾਬ ਦਾ ਧਣੀ ਸੀ। 19 ਰਾਗਾਂ ਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕਿਤੇ ਇਤਿਹਾਸ ਚ ਤੁਸੀਂ ਇਹ ਨਹੀਂ ਪੜੋਗੇ ਕਿ ਸਤਿਗੁਰਾਂ ਨੇ ਕਿਹਾ ਹੋਵੇ ਕਿ ਮਰਦਾਨਿਆ ਆਹ ਰਾਗ ਲਾ, ਆਪਾਂ ਪ੍ਰਮਾਤਮਾ ਦੀ ਸਿਫਤ ਕਰੀਏ। ਸਤਿਗੁਰੂ ਇਹੋ ਗੱਲ ਕਹਿੰਦੇ ਨੇ, ਮਰਦਾਨਿਆ ਰਵਾਬ ਛੇੜ। ਇੰਨਾ ਕੁ ਇੱਕ ਮਿਕ ਹੋ ਚੁੱਕਾ ਹੈ ਭਾਈ ਮਰਦਾਨਾ ਰੱਬ ਦੇ ਵਿੱਚ। ਗੁਰੂ ਨਾਨਕ ਦੇ ਮੁਖ ਤੋਂ ਹੀ ਹਿਸਾਬ ਲਾ ਕੇ ਰਾਗ ਛੇੜ ਦਿੰਦਾ, ਮੇਰੇ ਬਾਬੇ ਨੇ ਇਸ ਰਾਗ ਦੇ ਵਿੱਚ ਬੋਲਣਾ ਹੈ। ਗੁਰਮੁਖੋ, ਇਹ ਇੰਨਾ ਕਿਰਪਾ ਦਾ ਧਣੀ ਭਾਈ ਮਰਦਾਨਾ, ਉਹਨੂੰ ਭੁੱਖ ਸਤਾਉਂਦੀ ਹੋਵੇਗੀ, ਉਹ ਬਾਬੇ ਤੋਂ ਭੱਜ ਕੇ ਜਾਂਦਾ ਹੋਵੇਗਾ, ਉਹਦੇ ਹੁਕਮਾਂ ਦੀ ਉਲੰਘਣਾ ਕਰਦਾ ਹੋਵੇਗਾ। ਅੱਜ ਇੱਕ ਸ਼ਬਦ ਗੁਰੂ ਅਰਜਨ ਸਾਹਿਬ ਦੀ ਹੋਰ ਗੱਲ ਆਪਾਂ ਸੁਣ ਲਈਏ। ਗੁਰੂ ਅਰਜਨ ਸਾਹਿਬ ਕਹਿ ਲਗੇ, ਤੂੰ ਭਾਵਨਾ ਨਾਲ ਬਾਣੀ ਪੜ, ਪ੍ਰੇਮ ਦੇ ਨਾਲ ਬਾਣੀ ਪੜ। ਜੇ ਤੇਰੇ ਅੰਦਰ ਇੱਕ ਕਿਣਕਾ ਵੀ ਵਸ ਗਿਆ ਨਾ, ਯਾਦ ਰੱਖੀ ਤੇਰੀ ਮਹਿਮਾ ਕਿਸੇ ਕੋ ਬਿਆਨ ਨਹੀਂ ਕੀਤੀ ਜਾਣੀ। ਕਿਣਕਾ ਏਕ ਜਿਸ ਜੀ ਬਸਾਵੇ, ਜਿਹਦੇ ਹਿਰਦੇ 'ਚ ਇੱਕ ਕਿਣਕਾ ਵਸ ਗਿਆ, ਤਾਂ ਕਿ ਮਹਿਮਾ, ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾਣੀ। ਤੇ ਜਿਸ ਭਾਈ ਮਰਦਾਨੇ ਦੇ ਸਾਹਮਣੇ ਸਮੁੱਚੀ ਬਾਣੀ, ਯਾਦ ਰੱਖਿਓ, ਜਿਸ ਵੇਲੇ ਭਾਈ ਮਰਦਾਨਾ ਪ੍ਰਭੁਰ ਪਿਆਨਾ ਕੀਤਾ ਸੀ ਮੇਰੇ ਬਾਬਾ ਨਾਨਕ, ਉਸ ਤੋਂ ਬਾਅਦ ਕਦੀ ਉਦਾਸੀ ਤੇ ਨਹੀਂ ਸੀ ਗਏ। ਉਸ ਤੋਂ ਬਾਅਦ ਬਾਣੀ ਉਚਾਰਨ ਨਹੀਂ ਮਿਲਦੀ ਤੁਹਾਨੂੰ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਕੇ ਅਖੀਰਲੀ, ਹਾਲਾਂਕਿ ਅਚਲ ਵਟਾਲੇ ਦੀ ਹੈ ਸਤਿਗੁਰਾਂ ਦੀ ਫੇਰੀ, ਉਦਾਸੀਆਂ ਤੋਂ ਬਾਅਦ ਜਿਸ ਵੇਲੇ ਕਰਤਾਰਪੁਰ ਵਸਾਇਆ, ਆਪਾਂ ਸਮੇਂ ਦੇ ਹਿਸਾਬ ਨਾਲ ਦੇਖਾਂਗੇ। ਪਰ ਜਿਸ ਵੇਲੇ ਭਾਈ ਮਰਦਾਨਾ ਜੀ ਪ੍ਰਮਾਤਮਾ ਚ ਇੱਕ ਮਿਕ ਹੋ ਗਏ, ਮੇਰੇ ਬਾਬੇ ਨੇ, ਜੇ ਭਾਈ ਮਰਦਾਨੇ ਨੇ ਰਵਾਬ ਛੱਡ ਦਿੱਤੀ, ਮੇਰੇ ਬਾਬੇ ਨੇ ਜਿਹੜਾ ਸੀ ਉਹ ਮਰਦਾਨੇ ਤੋਂ ਲੈਦਾ ਕਿਤੇ ਗਿਆ ਨਹੀਂ। ਉਦਾਸੀ ਸ਼ੁਰੂ ਹੁੰਦੀ ਹੈ ਮਰਦਾਨੇ ਤੋਂ, ਉਦਾਸੀ ਖਤਮ ਹੁੰਦੀ ਹੈ ਮਰਦਾਨੇ ਤੇ। ਇਹ ਉਹ ਯਾਰ ਹੀ, ਉਹ ਪ੍ਰੇਮੀ ਸੀ, ਉਹ ਇੱਕ ਰਿਸ਼ਤਾ ਸੀ ਬਾਬੇ ਨਾਨਕ ਦਾ। ਜਿਸ ਵੇਲੇ ਭਾਈ ਮਰਦਾਨੇ ਨੂੰ ਇਹ ਗੱਲ ਮੇਰੇ ਸਤਿਗੁਰਾਂ ਨੇ ਕਹੀ, ਮੈਂ ਵਿਸ਼ੇ ਵੱਲ ਆਵਾਂ, ਅਸੀਂ ਮਾਲਕ ਦੀ ਸਿਫਤ ਕਰਾਂਗੇ ਤੇ ਮਰਦਾਨਿਆ ਯਾਦ ਰੱਖੀ, ਤੂੰ ਲੋਕਾਂ ਦੀ ਸਿਫਤ ਕਰਕੇ 4 ਟਕੇ ਦਾਣੇ ਇਕੱਠੇ ਕਰਦਾ ਏ, ਨਿਰੰਕਾਰ ਦੀ ਸਿਫਤ ਕਰੇਗਾ ਤੇ ਤੈਨੂੰ ਨਿਰੰਕਾਰ ਹੀ ਮਿਲ ਜਾਵੇਗਾ। ਤੇ ਲੋਕਾਂ ਨੇ ਜਿਹੜੀ ਸੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਅੱਜ ਵੀ ਇਹ ਸਾਡੀ ਬੜੀ ਤਗੜੀ ਮੁਸ਼ਕਲ ਹੈ। ਇੱਕ ਪਾਸੇ ਚੰਗਾ ਵਿਦਵਾਨ ਜਾਂ ਚੰਗੇ ਘਰਾਣੇ ਦਾ ਨੌਜਵਾਨ ਹੋਵੇ, ਉਹਦੀ ਕਿਸੇ ਗਰੀਬ ਦੇ ਨਾਲ ਬਣ ਜਾਵੇ, ਤੇ ਜੇ ਅਸੀਂ ਵਿਗਾੜ ਨਾ ਪਾ ਸਕਦੇ ਹੋਈਏ ਤੇ ਅਸੀਂ ਭੰਡਣਾ ਸ਼ੁਰੂ ਕਰ ਦਿੰਦੇ ਆ। ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਇਹ ਤੇ ਮਰਾਸੀ ਸੀ, ਪਰ ਖੱਤਰੀਆਂ ਦੇ ਪੁੱਤਰ ਨੂੰ ਪਤਾ ਨਹੀਂ ਕੀ ਹੋ ਗਿਆ, ਉਹਨੇ ਇਹਦਾ ਸੰਗ ਕਰ ਲਿਆ। ਪਰ ਮੇਰੇ ਸਤਿਗੁਰਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਮੈਂ ਕੱਲ ਵੀ ਕਿਹਾ ਸੀ, ਦੇਖੋ ਕਈ ਔਕੜਾਂ ਸਾਹਮਣੇ ਸਤਿਗੁਰਾਂ ਦੇ ਆਈਆਂ ਹੋਣਗੀਆਂ, ਇੱਕ ਨਹੀਂ ਅਨੇਕਾਂ ਲੋਕਾਂ ਨੇ ਇਹ ਸ਼ਬਦ ਵਰਤੇ, ਇਹ ਸਤਿਗੁਰਾਂ ਨੂੰ ਬੁਰਾ ਭਲਾ ਕਿਹਾ। ਸਤਿਗੁਰਾਂ ਦਾ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਕੋਈ ਆਖੇ ਭੂਤਨਾ, ਸਤਿਗੁਰੂ ਕਹਿ ਲਗੇ ਕੋਈ ਮੈਨੂੰ ਕਹਿੰਦਾ ਭੂਤਨਾ ਹੈ, ਕੋ ਕਹੇ ਬੇਤਾਲਾ, ਕਹਿੰਦੇ ਕੋਈ ਮੈਨੂੰ ਕੁਝ ਕਹਿੰਦਾ ਪਿਆ, ਕੋਈ ਕੁਝ। ਲੋਕਾਂ ਨੇ ਪਤਾ ਨਹੀਂ ਕਿੰਨੇ ਕ ਤਾਨੇ ਮੇਣੇ ਮਾਰੇ ਹੋਣਗੇ, ਕਿੰਨੀਆਂ ਕ ਗੱਲਾਂ ਭਾਈ ਮਰਦਾਨੇ ਨੂੰ ਕਹੀਆਂ ਹੋਣਗੀਆਂ। ਭਰੋਸਾ ਰੱਖਣਾ ਤੇ ਭਾਈ ਮਰਦਾਨੇ ਵਰਗਾ ਰੱਖੋ। ਇੱਥੇ ਭਰੋਸੇ ਤੇ ਗੱਲ ਤੇ ਮੈਂ ਕਹਿ ਕੇ ਅੱਗੇ ਚੱਲਾਂ, ਮੈਨੂੰ ਇਹ ਚੀਜ਼ਾਂ ਜਾਣ ਨਹੀਂ ਦਿੰਦੀਆਂ ਗੜੀ। ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੱਕੇ ਦੀ ਧਰਤੀ ਤੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਜੀ, ਮੈਂ ਅੱਗੇ ਜਾ ਕੇ ਅਰਜ਼ ਕਰਨੀ ਹੈ, ਸੁਲਤਾਨਪੁਰ ਮਸੀਤ ਦੇ ਵਿੱਚ ਜਾਂਦੇ ਨੇ। ਗੁਰੂ ਨਾਨਕ ਸਾਹਿਬ ਤੇ ਚਲੋ ਆਪ ਹਿੰਦੂ ਪਰਿਵਾਰ ਚੋਂ ਸਨ, ਪਿਛੋਕੜ। ਭਾਈ ਮਰਦਾਨਾ ਮੁਸਲਮਾਨ ਸੀ।
ਸਤਿਗੁਰਾਂ ਦੇ ਬਾਰੇ ਇਹ ਸਾਖੀ ਪ੍ਰਚਲਿਤ ਹੈ। ਸਤਿਗੁਰੂ ਕਾਬੇ ਵੱਲ ਨੂੰ, ਮੱਕੇ ਵੱਲ ਨੂੰ ਪੈਰ ਕਰਕੇ ਸੁੱਤੇ ਨੇ। ਮੈਂ ਉਹ ਸਾਖੀ ਨਹੀਂ ਅਰਜ ਕਰਨੀ, ਆਪਾਂ ਸਮੇਂ ਦੇ ਹਿਸਾਬ ਨਾਲ ਅਰਜ ਕਰਾਂਗੇ। ਭਾਈ ਮਰਦਾਨੇ ਦਾ ਜੇਰਾ ਧਨ ਹੈ। ਇੱਕ ਵਾਰੀ ਨੇ ਕਿਹਾ ਕਿ ਬਾਬਾ ਮੈਂ ਤੂੰ ਜਿੱਥੇ ਖੜਿਆ ਉੱਥੇ ਚਲਾ ਗਿਆ, ਪਰ ਇਹ ਮੈਂ ਨਹੀਂ ਮੱਕੇ ਨੂੰ, ਜੇ ਮੈਂ ਪੂਜਦਾ ਹਾਂ ਤੂੰ ਨਹੀਂ ਪੂਜਦਾ ਕੋਈ ਗੱਲ ਨਹੀਂ, ਮੇਰੇ ਵੱਡੇ ਵਡੇਰੇ ਪੂਜਦੇ ਨੇ, ਘੱਟੋ ਕਰ ਇੱਧਰ ਪੈਰ ਕਰਕੇ ਇਤਨਾ ਸੌ ਮੇਰੇ ਕੋ ਵੇਖਿਆ ਨਹੀਂ ਜਾਣਾ। ਜੇ ਗੁਰੂ ਸਾਹਿਬ ਮੱਕੇ ਵੱਲੋਂ ਪੈਰ ਕਰਕੇ ਸੁੱਤੇ, ਭਾਈ ਮਰਦਾਨਾ ਉਹ ਵੀ ਜਰ ਗਿਆ। ਜੇ ਸਤਿਗੁਰੂ ਮਸੀਤ ਦੇ ਵਿੱਚ ਜਾ ਕੇ ਨਮਾਜ਼ ਅਦਾ ਕਰਨ ਲਈ ਖਲੋਤੇ, ਭਾਈ ਮਰਦਾਨਾ ਤਾਂ ਵੀ ਕੁਝ ਨਹੀਂ ਬੋਲਿਆ। ਇੱਕ ਗੱਲ ਹੋਰ ਯਾਦ ਰੱਖਿਓ, ਕਦੀ ਮੁਸਲਮਾਨ ਮੰਦਿਰ ਚ ਨਹੀਂ ਸੀ ਜਾਂਦਾ, ਜਿਹੜਾ ਹਿੰਦੂ ਸੀ ਉਹ ਮਸੀਤ ਚ ਨਹੀਂ ਸੀ ਜਾਂਦਾ। ਜੇ ਮੁਸਲਮਾਨ ਮੰਦਿਰਾਂ ਦੇ ਵਿੱਚ ਗਏ ਵੀ, ਤੁਸੀਂ ਇਤਿਹਾਸ ਪੜ੍ਹਦੇ ਹੋਵੋਗੇ, ਉਹ ਮੰਦਿਰ ਢਾਉਣ ਵਾਸਤੇ ਗਏ। ਜਗਨਨਾਥਪੁਰੀ ਦੇ ਮੰਦਿਰ ਚ ਬਾਬੇ ਨਾਨਕ ਨੇ ਮਰਦਾਨੇ ਨੂੰ ਜਾ ਕੇ ਗਿਆ, ਮਰਦਾਨੇ ਰਵਾਬ ਛੇੜ ਬਾਣੀ ਆਈ। ਭਾਈ ਮਰਦਾਨੇ ਨੇ ਉੱਥੇ ਵੀ ਖੁਦਾ ਦੀ ਸਿਫਤ ਕੀਤੀ। ਆ ਭਰੋਸਾ ਸੀ ਭਾਈ ਮਰਦਾਨੇ ਨੂੰ, ਬਾਬਾ ਇੱਕ ਵਾਰ ਮੈਂ ਤੇਰਾ ਹੋ ਗਿਆ, ਜਿੱਥੇ ਰੱਖੇਗਾ ਮੈਂ ਉੱਥੇ ਹੀ ਰਵਾਂਗਾ, ਹੁਣ ਤੇਰੇ ਤੋਂ ਬਿਨਾਂ ਨਹੀਂ ਰਿਹਾ ਜਾਣਾ। ਸਿੱਖਾ ਜੇ ਭਰੋਸਾ ਬਣਾਉਣਾ ਹੈ ਤੇ ਆ ਗੁਰੂ ਦੇ ਨਾਲ ਭਰੋਸਾ ਬਣਾ ਲਾ। ਯਾਦ ਰੱਖੀ, ਜਿੰਨਾ ਜਿਸ ਦਿਨ ਇੰਨੀ ਕੁ ਤੇਰੀ ਗੁਰੂ ਦੇ ਨਾਲ ਬਣ ਆਈ ਨਾ, ਤੇ ਫਿਰ ਤੇਰੇ ਵਿੱਚ ਤੇ ਗੁਰੂ ਵਿੱਚ ਕੋਈ ਅਭੇਦ ਨਹੀਂ ਰਹਿ ਜਾਏਗਾ। ਤੇ ਇਹੋ ਜਿਹੇ ਸਿੱਖ ਨੂੰ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ? ਕਹਿਣ ਲੱਗੇ, ਜੋ ਦੀਸੈ ਗੁਰ ਸਿੱਖੜਾ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ। ਆ ਗੁਰਸਿੱਖ ਦੀ ਪਰਿਭਾਸ਼ਾ ਸੀ। ਇਹਨੂੰ ਭਾਈ ਮਰਦਾਨੇ ਦੇ ਲਈ ਸ਼ਬਦ ਵਰਤੋ, ਸੰਤ ਰੱਜ ਕੇ ਵਰਤੋ। ਬ੍ਰਹਮ ਗਿਆਨੀ ਸ਼ਬਦ ਵਰਤੋ, ਭਾਈ ਮਰਦਾਨੇ ਦੇ ਲਈ ਰੱਜ ਕੇ ਵਰਤੋ। ਸਾਧ ਸ਼ਬਦ ਵਰਤੋ, ਜਿਨੇ ਬਾਬੇ ਨਾਨਕ ਦੀ ਬਾਣੀ ਦੇ ਨਾਲ ਆਪਣੇ ਨੂੰ ਸਾਧਿਆ ਹੋਇਆ ਹੈ। ਆਖਰ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਮਿਕ ਹੋ ਗਏ। ਅਗਲੀ ਗੱਲ, ਮੇਰੇ ਸਤਿਗੁਰਾਂ ਨੇ ਉਹਦੇ ਲਈ ਸ਼ਬਦ ਮਰਾਸੀ ਨਹੀਂ ਵਰਤਿਆ। ਮੇਰੇ ਸਤਿਗੁਰਾਂ ਨੇ ਉਹਦੇ ਲਈ ਕੋਈ ਹੋਰ ਸ਼ਬਦ ਨਹੀਂ, ਉਹਦੇ ਲਈ ਸ਼ਬਦ ਭਾਈ ਵਰਤਿਆ। ਅੱਜ ਵੀ ਮੈਂ ਵੀ ਵਰਤ ਰਿਹਾ। ਆਪਾਂ ਕੀ ਵਰਤਦੇ? ਭਾਈ ਮਰਦਾਨਾ। ਭਾਈ ਦਾ ਅਰਥ ਹੈ ਭਰਾ। ਜਿਹੜੇ ਲੋਕ ਕਹਿੰਦੇ ਸਨ ਕਿ ਨੀਵਿਆਂ ਦੀ ਵੱਡਿਆਂ ਨਾਲ ਬਾਨੀ ਕਦੀ ਨਹੀਂ, ਮੇਰੇ ਬਾਬੇ ਨਾਨਕ ਨੇ ਉਸੇ ਭਾਈ ਮਰਦਾਨੇ ਦੀ ਰਵਾਬ ਦੇ ਨਾਲ ਕਿਹਾ ਸੀ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਮਰਦਾਨਿਆ, ਲੋਕ ਤੈਨੂੰ ਮਰਾਸੀ ਕਹਿੰਦੇ ਹੋਣਗੇ, ਤੂੰ ਮੇਰੇ ਕਲੇਜੇ ਦੇ ਨਾਲ ਲੱਗ, ਮੈਂ ਤੈਨੂੰ ਭਾਈ ਆਖਾਂਗਾ। ਭਾਈ ਮਰਦਾਨਾ ਸਤਿਗੁਰਾਂ ਨੇ ਖਿਤਾਬ ਦਿੱਤਾ। ਤੇ ਯਾਦ ਰੱਖਿਓ, ਸਾਰੀ ਉਮਰ ਜਿੰਨਾ ਚਿਰ 50 ਸਾਲ ਬਾਬੇ ਦੇ ਨਾਲ ਕੀਰਤਨ ਭਾਈ ਮਰਦਾਨੇ ਨੇ ਕੀਤਾ, ਸਤਿਗੁਰਾਂ ਨੇ ਭਰਾ ਦੇ ਵਾਂਗ ਹੀ ਪਿਆਰ ਦਿੱਤਾ। ਇੱਕ ਮਿੰਟ ਵੀ ਸਤਿਗੁਰਾਂ ਦੇ ਅੱਖਾਂ ਤੋਂ ਓਲੇ ਨਹੀਂ ਹੋਇਆ, ਜਾਂ ਇੱਕ ਮਿੰਟ ਵੀ ਸਤਿਗੁਰਾਂ ਨੇ ਉਹਨੂੰ ਆਪਣੇ ਤੋਂ ਦੂਰ ਨਾ ਕੀਤਾ। ਆਖਰ ਭਾਈ ਮਰਦਾਨਾ ਜੀ ਦਾ ਮਿਲਾਪ ਤਲਵੰਡੀ ਦੀ ਧਰਤੀ ਤੇ ਹੁੰਦਾ ਹੈ। ਕੌਮ ਦੇ ਕੋਲ, ਸਿੱਖ ਕੌਮ ਦਾ ਜੇ ਕੋਈ ਪਹਿਲਾ ਰਵਾਬੀ ਹੈ, ਰਵਾਬੀ ਸ਼ਬਦ ਵਰਤ ਰਿਹਾ ਮੈਂ, ਸਾਡੇ ਕੋਲ ਦੋ ਸ਼ਬਦ ਹੁੰਦੇ ਨੇ ਜੀ, ਇੱਕ ਰਾਗੀ, ਇੱਕ ਕੀਰਤਨੀਆ। ਰਾਗੀ ਦਾ ਅਰਥ ਹੁੰਦਾ ਹੈ ਜਿਹੜਾ ਰਾਗਾਂ ਦੇ ਵਿੱਚ ਮਹਾਰਤ ਹਾਸਲ ਕਰ ਸਕਦਾ, ਜਿਹਨੇ ਮਹਾਰਤ ਹਾਸਲ ਕੀਤੀ, ਜਿਹਨੂੰ ਰਾਗਾਂ ਦੇ ਬਾਰੇ ਪਤਾ, ਜਿਹੜਾ ਰਾਗਾਂ ਚ ਗਾਉਂਦਾ ਹੈ। ਕੀਰਤਨੀਆ ਸ਼ਬਦ ਉਹਦੇ ਲਈ ਵਰਤਿਆ ਜਾਂਦਾ ਜਿਹੜਾ ਪ੍ਰਮਾਤਮਾ ਦੀ ਕੀਰਤੀ ਪਿਆ ਕਰਦਾ ਹੈ। ਸਾਡੇ, ਮੈਨੂੰ ਮਾਫ ਕਰਨਾ, ਅਸੀਂ ਤਾਂ ਹੀ ਉਹ ਰਾਗੀ ਸ਼ਬਦ ਹੀ ਵਰਤ ਦਿੰਦੇ ਆ, ਕਿਉਂਕਿ ਉਹ ਗੱਲ ਤੇ ਟਿਊਨਾਂ ਦੇ ਉੱਤੇ ਹੀ ਕਰ ਜਾਂਦੇ ਨੇ, ਰੱਬ ਦੀ ਕੀਰਤੀ ਕਰਨ ਤੇ ਉਹਨਾਂ ਦੇ ਲਈ ਕੀਰਤਨ ਸ਼ਬਦ ਵਰਤਿਆ ਜਾਂਦਾ ਹੈ। ਪਹਿਲਾ ਜਿਹੜਾ ਰਵਾਬੀ ਉਹ ਭਾਈ ਮਰਦਾਨਾ ਸੀ, ਪਹਿਲਾ ਕੀਰਤਨੀਆ ਬਾਬਾ ਨਾਨਕ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਮਾਤਮਾ ਦੀਆਂ ਤੂੰ ਹੀ ਦੀਆਂ ਧੁਨਾਂ ਜਿਹੜੀਆਂ ਨੇ ਤਲਵੰਡੀ ਦੀ ਧਰਤੀ ਦੇ ਉੱਤੇ ਭਾਈ ਮਰਦਾਨੇ ਦੀ ਰਵਾਬ ਦੇ ਨਾਲ ਕੀਤੀਆਂ। ਇੱਕ ਨਹੀਂ ਅਨੇ ਰੋਜ਼ ਜਦੋਂ ਤੋਂ ਭਾਈ ਮਰਦਾਨੇ ਦੇ ਨਾਲ ਮਿਲਾਪ ਹੋ ਗਿਆ, ਰੋਜ਼ ਅੰਮ੍ਰਿਤ ਵੇਲੇ ਜਿਹੜਾ ਹੈ ਉਹ ਕੀਰਤਨ ਹੁੰਦਾ ਹੈ, ਸੰਗਤ ਜੁੜਦੀ ਹੈ। ਸ਼ਾਮ ਨੂੰ ਕੀਰਤਨ ਭਾਈ ਮਰਦਾਨਾ ਰਵਾਬ ਵਜਾਉਂਦਾ ਹੈ। ਤੇ ਇੱਕ ਗੱਲ ਗੁਰਮੁਖੋ ਇੱਥੇ ਧਿਆਨ ਦਿਓ ਕਿ ਪਿਤਾ ਨੇ ਨਹੀਂ, ਭਾਈ ਮਰਦਾਨੇ ਦੇ ਪਰਿਵਾਰ ਨੇ ਨਹੀਂ ਕਿਹਾ ਹੋਵੇਗਾ। ਭਾਈ ਮਰਦਾਨਾ ਸਤਿਗੁਰਾਂ ਤੋਂ 10 ਸਾਲ ਵੱਡਾ ਹੈ, ਵਿਆਹਿਆ ਹੈ, ਪਰਿਵਾਰ ਵਾਲਾ ਹੈ। ਉਹਨਾਂ ਦੇ ਪਰਿਵਾਰ ਚੋਂ ਨਹੀਂ ਕਿਸੇ ਨੇ ਆਖਿਆ ਹੋਵੇਗਾ ਕਿ ਖਾਣ ਨੂੰ ਕੀ ਲੈ ਕੇ ਆਵੇਂਗਾ। ਪਤਨੀ ਨੇ ਆਖਿਆ ਹੋਵੇਗਾ, ਸੁਆਮੀ ਜੀ ਜਦੋਂ ਸ਼ਾਮ ਨੂੰ ਸਿਫਤ ਕਰਕੇ ਆਉਣੀ, ਮੈਂ ਦਾਣਾ ਕਿਹੜਾ ਮੂੰਹ ਦੇ ਵਿੱਚ ਪਾਵਾਂਗੀ। ਪਿਓ ਨੇ ਕਿਹਾ ਹੋਵੇਗਾ, ਮਾਂ ਨੇ ਕਿਹਾ ਹੋਵੇਗਾ। ਪਰ ਇੱਕ ਵਾਰ ਭਾਈ ਮਰਦਾਨਾ ਗੁਰੂ ਨਾਨਕ ਦਾ ਆ ਗਿਆ, ਬਸ ਗੁਰੂ ਦਾ ਹੀ ਹੋ ਕੇ ਰਹਿ ਗਿਆ, ਵਾਪਸ ਨਹੀਂ ਗਿਆ। ਲੋਕਾਂ ਦੀਆਂ ਗੱਲਾਂ ਦਾ ਅਸਰ ਨਹੀਂ ਭਾਈ ਮਰਦਾਨੇ ਤੇ ਕੋਈ ਹੋਇਆ, ਕਿਉਂਕਿ ਭਾਈ ਮਰਦਾਨੇ ਨੇ ਆਪਾ ਸਮਰਪਣ ਗੁਰੂ ਨੂੰ ਕਰ ਦਿੱਤਾ। ਇੱਥੇ ਰਹਿੰਦਿਆਂ ਜਦੋਂ ਪਿਤਾ ਕਾਲੂ ਜੀ ਨੇ ਇਹ ਕਾਰ ਵਿਹਾਰ ਆਪਣੇ ਪੁੱਤਰ ਦੇ ਦੇਖੇ ਤੇ ਮਨ ਦੇ ਵਿੱਚ ਵਿਚਾਰ ਬਣੀ ਕਿ ਮਨਾ
ਇਹਨਾਂ ਨੂੰ ਬੜੇ ਕਾਰਜਾਂ ਦੇ ਵੱਲ ਲਾਇਆ, ਕਿਉਂਕਿ ਇਹ ਮਾਂ ਬਾਪ ਦਾ ਇੱਕ ਅੰਦਰ ਚਿੰਤਾ ਹੁੰਦੀ ਹੈ, ਫਰਜ਼ ਵੀ ਹੁੰਦਾ, ਕੁਝ ਚਿੰਤਾ ਵੀ ਹੁੰਦੀ ਕਿ ਮੇਰਾ ਪੁੱਤਰ ਕਿਸੇ ਨਾ ਕਿਸੇ ਪਾਸੇ ਕਿਸੇ ਬਹਾਨੇ ਲੱਗ ਜਾਵੇ। ਪਰਿਵਾਰ 'ਚ ਸਲਾਹ ਕੀਤੀ, ਇਹਨੂੰ ਮੈਂ ਪੈਸੇ ਦੇ ਕੇ ਸੌਦਾ ਕਰਨ ਵੀ ਤੋਰਿਆ, ਮੱਝੀਆਂ ਚਾਰਨ ਵੀ ਤੋਰਿਆ, ਵਪਾਰ ਵੀ ਕੀਤਾ, ਉਹਦਾ ਵੀ ਨਾਨਕ ਜਵਾਨ ਹੁੰਦਾ ਜਾ ਰਿਹਾ ਤੇ ਆਪਾਂ ਇਹਨਾਂ ਦਾ ਆਨੰਦ ਕਾਰਜ ਕਰ ਦਈਏ, ਸ਼ਾਦੀ ਵਿਆਹ ਕਰ ਦਈਏ। ਹੁਣ ਇੱਥੇ ਫਿਰ ਇਸ ਗੱਲ ਨੂੰ ਧਿਆਨ 'ਚ ਰੱਖਿਓ, ਸਾਡੇ ਕੋਲ ਇੱਥੇ ਇੱਕ ਧਰਤੀ, ਉਹਦਾ ਨਾਮ ਹੈ ਬਟਾਲਾ। ਬਟਾਲੇ ਦੇ ਵਿੱਚ ਇੱਕ ਪਟਵਾਰੀ ਹੈ, ਉਹਦਾ ਨਾਮ ਹੈ ਮੂਲ ਚੰਦ। ਇਹਦੀ ਧਰਮ ਪਤਨੀ ਹੈ, ਉਹਦਾ ਨਾਮ ਹੈ ਚੰਦੋ ਰਾਣੀ। ਤਿੰਨ ਚੀਜ਼ਾਂ ਹੋ ਗਈਆਂ, ਬਟਾਲਾ, ਬਟਾਲੇ ਦਾ ਪਟਵਾਰੀ ਮੂਲ ਚੰਦ, ਮੂਲ ਚੰਦ ਦੀ ਪਤਨੀ ਚੰਦੋ ਰਾਣੀ। ਇਹਨਾਂ ਦੇ ਘਰ ਦੇ ਵਿੱਚ ਇੱਕ ਬੱਚੀ ਹੈ ਜਿਹਦਾ ਨਾਮ ਸਤਕਾਰ ਦੇ ਨਾਮ ਅਸੀਂ ਇਤਿਹਾਸ ਦੇ ਵਿੱਚ ਸੁਲੱਖਣੀ, ਮਾਤਾ ਸੁਲੱਖਣੀ ਜੀ ਲੈਂਦੇ ਹਾਂ। ਹੁਣ ਪਟਵਾਰੀ ਇੱਧਰ ਪਟਵਾਰਖਾਨਾ ਸਾਂਭਦਾ ਹੈ, ਪਿਤਾ ਕਾਲੂ ਜੀ ਪਟਵਾਰੀ ਨੇ। ਫਿਰ ਪਿੱਛੇ ਚੱਲੀਏ ਭਾਈ ਜੈ ਰਾਮ ਤੇ। ਭਾਈ ਜੈ ਰਾਮ ਦਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜਾ ਜਵਾਈ ਸਹੁਰੇ ਦਾ ਰਿਸ਼ਤਾ ਬਣ ਚੁੱਕਾ ਹੈ। ਇਧਰ ਨਵਾਬ ਦੌਲਤ ਖਾਂ ਦੇ ਹੁਕਮਾਂ ਦੇ ਨਾਲ ਜੇ ਭਾਈ ਜੈ ਰਾਮ ਤਲਵੰਡੀ ਆਉਂਦੇ ਨੇ ਤੇ ਇਹ ਬਟਾਲੇ ਵੀ ਜਾਂਦੇ ਨੇ। ਹੁਣ ਬਟਾਲੇ ਜਾਂਦੇ ਆ ਭਾਈ ਜੈ ਰਾਮ ਜੀ, ਇਹ ਪਟਵਾਰੀ ਨੂੰ ਮਿਲਦੇ ਨੇ। ਪਟਵਾਰੀ ਮੂਲ ਚੰਦ ਹੈ, ਸਤਿਗੁਰਾਂ ਦਾ ਸਹੁਰਾ ਹੈ। ਉਹਨੇ ਵੀ ਸੁਭਾਅ ਦਾ ਪਤਾ ਲੱਗ ਚੁੱਕਾ ਸੀ, ਅਸੀਂ ਜਿਹਦੇ ਨਾਲ ਮਿਲ ਵਰਤਨ ਹੋਵੇ ਸਾਨੂੰ ਉਹਦੇ ਸੁਭਾਅ ਦਾ ਪਤਾ ਹੁੰਦਾ ਹੈ, ਇਹ ਬੰਦੇ ਦਾ ਸੁਭਾਅ ਕਿੱਦਾਂ ਦਾ, ਇਹਦਾ ਪਰਿਵਾਰ ਕਿੱਦਾਂ ਦਾ ਹੋਵੇਗਾ, ਅੰਦਾਜ਼ਾ ਲੱਗ ਜਾਂਦਾ ਹੈ। ਆਖਰ ਮੂਲ ਚੰਦ ਨੇ ਭਾਈ ਜੈ ਰਾਮ ਨੂੰ ਇੱਕ ਗੱਲ ਕਹੀ, ਕਹਿ ਲਗੇ ਮੇਰੀ ਪੁੱਤਰੀ ਜਿਹੜੀ ਉਹ ਜਵਾਨ ਹੋਈ ਹੈ, ਇਹਦੇ ਵਾਸਤੇ ਕੋਈ ਚੰਗਾ ਵਾਰ ਹੋਵੇ ਤਾਂ ਤੁਸੀਂ ਦੱਸਿਓ। ਤੁਸੀਂ ਤੁਰਦੇ ਫਿਰਦੇ ਰਹਿੰਦੇ, ਤੋਰੇ ਫੇਰੇ ਦਾ ਕੰਮ ਹੈ ਤੁਹਾਡਾ। ਭਾਈ ਜੈ ਰਾਮ ਨੇ ਸਲਾਹ ਕਰਕੇ ਗੱਲ ਕਹੀ, ਕਹਿਣ ਲੱਗੇ ਹਾਂ ਮੇਰੇ ਸਹੁਰੇ ਪਰਿਵਾਰ ਦੇ ਵਿੱਚੋਂ ਇਹ ਨਾਨਕੀ ਦਾ ਭਰਾ ਹੈ, ਉਹ ਬੜਾ ਸਾਧੂ ਸੁਭਾਅ ਹੈ, ਪਿਤਾ ਜੀ ਉਹਦੇ ਵੀ ਪਟਵਾਰੀ ਨੇ। ਜੇ ਤੁਸੀਂ ਕਹੋ ਤੇ ਤੁਹਾਡੀ ਬੱਚੀ ਦਾ ਉਹਦਾ ਜਿਹੜਾ ਆਪਾਂ ਉਹ ਆਨੰਦ ਕਾਰਜ ਜਾਂ ਵਿਆਹ ਕਰਵਾ ਦਿੰਨੇ ਆ। ਆਖਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮਾਤਾ ਸੁਲੱਖਣੀ ਦੇ ਨਾਲ ਵਿਆਹ ਹੋਇਆ। ਬਟਾਲੇ ਦੀ ਧਰਤੀ ਤੇ ਬਰਾਤ ਜਾਂਦੀ ਤੇ ਇਹਦੀ ਜਿਹੜੀ ਵਿਚੋਲਗਿਰੀ ਇਹ ਭਾਈ ਜੈ ਰਾਮ ਜੀ ਕਰਦੇ ਨੇ। ਭਾਈ ਜੈ ਰਾਮ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰਿਸ਼ਤਾ ਜੋੜ ਚੁੱਕੇ ਹੋਏ ਨੇ। ਆਖਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਹੈ ਉਹ ਵਿਆਹ ਹੁੰਦਾ ਹੈ। ਵਿਆਹ ਬਾਰੇ ਵੀ ਇਹ ਗੱਲਾਂ ਜਿਹੜੀਆਂ ਨੇ ਇਹ ਸਾਖੀ ਇੱਕ ਪ੍ਰਚਲਿਤ, ਮੈਂ ਟਿਊਕ ਮਾਤਰ ਕਹਿ ਕੇ ਚੱਲਾਂ ਤੁਸੀਂ, ਕਿਉਂਕਿ ਜਦੋਂ ਬਟਾਲੇ ਦੀ ਧਰਤੀ ਤੇ ਜਾਂਦੇ ਨੇ ਗੁਰਦੁਆਰਾ ਸਾਹਿਬ, ਉੱਥੇ ਇੱਕ ਕੰਧ ਹੈ ਸ਼ੀਸ਼ੇ ਦੇ ਵਿੱਚ ਮੜੀ ਹੋਈ, ਉਹਦੇ ਆਪ ਦੀਦਾਰ ਕਰਦੇ ਜੇ। ਤੇ ਕੁਝ ਵਿਦਵਾਨਾਂ ਦੀ ਲਿਖਤ ਹੈ ਕਿ ਉਹ ਕੰਧ ਕੱਚੀ ਸੀ, ਡਿੱਗਣ ਵਾਲੀ ਸੀ। ਸਤਿਗੁਰੂ ਜੀ ਜਾ ਕੇ ਬੈਠੇ, ਬਰਾਤਾਂ ਬਹੁਤਾ ਸਮਾਂ ਰਹਿੰਦੀਆਂ ਹੁੰਦੀਆਂ ਸਨ। ਇੱਕ ਮਾਈ ਆਣ ਕੇ ਲਾੜੇ ਨੂੰ ਭਾਵ ਸਤਿਗੁਰਾਂ ਨੂੰ ਕਹਿਣ ਲੱਗੀ ਕਿ ਪੁੱਤਰ ਇਹ ਜਿਹੜੀ ਕੰਧ ਦੇ ਥੱਲੇ ਬੈਠਾ ਹੋਇਆ ਨਾ, ਇਹ ਕੰਧ ਡਿੱਗ ਪੈਣੀ ਹੈ, ਤੂੰ ਇੱਕ ਪਰੇ ਹੋ ਕੇ ਬੈਠ ਜਾ। ਲਾੜਾ ਤਿਆਰ ਹੋਇਆ ਹੈ, ਜੇ ਕੰਧ ਡਿੱਗੂਗੀ ਤੇ ਸੁਭਾਵਿਕ ਹੈ ਕੱਪੜੇ ਲਿਬੜਨਗੇ, ਹਾਸਾ ਠੱਠਾ ਲੋਕ ਕਰਨਗੇ, ਮਜ਼ਾਕ ਉਦੋਂ ਤੇ ਜ਼ਿਆਦਾ ਸੀ, ਇਹ ਚੀਜ਼ ਕੋਈ ਗੁੱਸਾ ਵੀ ਨਹੀਂ ਸੀ ਕਰ ਸਕਦਾ। ਸਤਿਗੁਰਾਂ ਨੇ ਸੁਭਾਵਿਕ ਕਿਹਾ, ਕਹਿਣ ਲੱਗੇ ਮਾਈ ਘਬਰਾ ਨਾ, ਇਹ ਕੰਧ ਜੁੱਗਾ ਤੱਕ ਰਹੂਗੀ। ਅੱਜ ਵੀ ਉਹ ਕੰਧ ਤੁਸੀਂ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਕੰਧ ਸਾਹਿਬ ਉਹ ਦੇਖ ਸਕਦੇ ਜੀ। ਪਰ ਸਾਡੀ ਭਾਵਨਾ ਇਹ ਇੰਨੀ ਕੁ ਅੰਨੀ ਹੋ ਜਾਂਦੀ ਹੈ, ਕਿਸੇ ਵੇਲੇ ਅਸੀਂ ਉਹ ਕੰਧ ਦੀ ਮਿੱਟੀ ਖੋਰ ਕੇ ਖਾਣੀ ਸ਼ੁਰੂ ਕਰ ਦਿੱਤੀ, ਹਾਰ ਕੇ ਉਸ ਕੰਧ ਨੂੰ ਜਿਹੜਾ ਸ਼ੀਸ਼ੇ ਦੇ ਵਿੱਚ ਮੜ ਕੇ ਇੰਨੀ ਕੁ ਬਚੀ ਹੈ, ਜੇ ਉਹ ਵੀ ਸ਼ੀਸ਼ਾ ਨਾ ਲੱਗਾ ਹੁੰਦਾ ਸੁੱਖ ਨਾਲ ਅਸੀਂ ਸਾਰੀ ਖਾ ਜਾਂਦੇ। ਗੁਰਮੁਖੋ, ਗੁਰੂ ਦੀ ਬਾਣੀ ਨੇ ਸਾਡਾ ਪਾਰ ਉਤਾਰਾ ਕਰਨਾ। ਇਹ ਯਾਦਗਿਰਾਂ ਸਨ, ਕੁਝ ਨਿਸ਼ਾਨੀਆਂ ਸਨ ਗੁਰੂ ਘਰ ਦੀਆਂ। ਚਲੋ ਮੈਂ ਗੱਲ ਨੂੰ ਨੇੜੇ ਰੱਖਾਂ। ਸਤਿਗੁਰਾਂ ਦਾ ਆਨੰਦ ਕਾਰਜ ਕਰ ਦਿੱਤਾ ਗਿਆ। ਇੱਥੇ ਜਿਸ ਵੇਲੇ ਵਿਆਹ ਸਤਿਗੁਰਾਂ ਦਾ ਹੋਇਆ ਤੇ ਦੋ ਪੁੱਤਰਾਂ ਦਾ ਜਿਹੜਾ ਸਤਿਗੁਰਾਂ ਦੇ ਘਰ ਦੇ ਵਿੱਚ ਜਨਮ ਹੁੰਦਾ ਹੈ। ਸਭ ਤੋਂ ਵੱਡੇ ਦਾ ਜਿਹੜਾ ਆਪਾਂ ਸਤਿਕਾਰ ਦੇ ਨਾਲ ਬਾਬਾ ਸ਼੍ਰੀ ਚੰਦ ਦੀ ਤੇ ਬਾਬਾ ਲਖਮੀ ਦਾਸ ਜੀ। ਇੱਧਰ ਹੁਣ ਸਤਿਗੁਰਾਂ ਦੇ ਜਿਹੜੀਆਂ ਵਪਾਰ ਦੀਆਂ ਗੱਲਾਂ ਸਨ ਇਹ ਸੁਭਾਵਿਕ ਸਨ, ਸੁਲਤਾਨਪੁਰ ਲੋਧੀ ਪਹੁੰਚੀਆਂ, ਦੂਰ ਤੱਕ ਫੈਲੀਆਂ ਹੋਈਆਂ ਸਨ। ਦੂਸਰੇ ਪਾਸੇ ਸਤਿਗੁਰੂ ਪਰਿਵਾਰ ਦੇ ਵਿੱਚ ਜਿਹੜੀ ਹੈ ਉਹ ਉਹਨਾਂ ਦੇ ਮੁਤਾਬਕ ਕੋਈ ਗੱਲ ਵੀ ਨਹੀਂ ਬਣਦੀ, ਕੋਈ ਪੂਰਨ ਤੌਰ ਤੇ ਕਾਰਜ ਵੀ ਨਹੀਂ ਕਰਦੇ। ਹੁਣ ਇੱਕ ਗੱਲ ਨੂੰ ਧਿਆਨ 'ਚ ਰੱਖਿਓ, ਗੁਰੂ ਨਾਨਕ ਸਾਹਿਬ ਜੀ ਦਾ ਸਭ ਤੋਂ ਵੱਧ ਪ੍ਰੇਮ ਜਿਹੜਾ ਉਹ ਬੇਬੇ ਨਾਨਕੀ ਦੇ ਨਾਲ ਹੈ। ਤੇ ਸੁਭਾਵਿਕ ਹੈ ਇਹ ਪਰਿਵਾਰ ਨੂੰ ਵੀ ਪਤਾ ਸੀ ਕਿ ਨਾਨਕ ਹੋਰ ਕਿਸੇ ਦੀ ਮੰਨੇ ਜਾਂ ਨਾ ਮੰਨੇ, ਆਪਣੀ ਭੈਣ ਦੀ ਨਹੀਂ ਮੋੜਦਾ। ਇਹ ਚਲੋ ਆਪਣਾ ਇੱਕ ਵੱਖਰਾ ਵਿਸ਼ਾ ਨਾ, ਭੈਣ ਭਰਾ ਦਾ ਰਿਸ਼ਤਾ ਹੀ ਇੱਕ ਏਦਾਂ ਦਾ ਹੁੰਦਾ ਹੈ, ਉਸੇ ਨਾਲ ਹੀ ਬੰਦਾ ਸਵੇਰੇ ਜੂੰਡੀ ਹੁੰਦਾ, ਸ਼ਾਮ ਨੂੰ ਉਹਦੇ ਨਾਲ ਰੋਟੀ ਬਹਿ ਕੇ ਖਾਣ ਡਿਆ ਹੁੰਦਾ। ਇਹ ਰਿਸ਼ਤਾ ਸਾਡਾ ਏਦਾਂ ਦਾ ਭੈਣ ਭਰਾ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਰਿਸ਼ਤਾ ਭੈਣ ਭਰਾ ਦਾ ਨਹੀਂ, ਗੁਰੂ ਤੇ ਸਿੱਖ ਦਾ ਸੀ।
ਇੱਥੇ ਮੈਂ ਇੱਕ ਘਟਨਾ ਦਾ ਜ਼ਿਕਰ ਕਰਕੇ ਸਾਖੀ ਨੂੰ ਪੂਰਿਆ ਕਰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਸੁਲਤਾਨਪੁਰ ਜਾਂਦੇ ਨੇ ਤੇ ਸਤਿਗੁਰੂ ਬੇਬੇ ਨਾਨਕੀ ਦੇ ਘਰ 'ਚ ਜਾ ਕੇ ਜਿਸ ਵੇਲੇ ਦਰਵਾਜ਼ਾ ਖੜਕਾਇਆ ਨਾ, ਬੇਬੇ ਨਾਨਕੀ ਨੇ ਦੇਖਿਆ ਮੇਰਾ ਵੀਰ ਆਇਆ ਏ ਤੇ ਚਰਨਾਂ ਦੇ ਉੱਤੇ ਨਮਸਕਾਰ ਕਰ ਦਿੱਤੀ। ਚਰਨਾਂ ਤੇ ਝੁਕਣ ਲੱਗੀ। ਭੈਣ ਸੀ, ਸਤਿਗੁਰਾਂ ਨੇ ਬਾਹਾਂ ਤੋਂ ਫੜ ਕੇ ਇੱਕ ਸੀਨੇ ਦੇ ਨਾਲ ਲਾ ਲਿਆ। ਕਹਿਣ ਲੱਗੇ ਬੇਬੇ ਜੀ ਸ਼ਬਦ ਵਰਤ ਸਨ। ਬੇਬੇ ਜੀ ਕੀ ਕਰਦੇ ਜੇ? ਮੈਂ ਤੁਹਾਡਾ ਵੀਰ ਹਾਂ। ਯਾਦ ਰੱਖਿਓ ਬੇਬੇ ਨਾਨਕੀ ਦਾ ਇਹ ਜਵਾਬ ਸੀ। ਕਹਿਣ ਲੱਗੇ ਮੈਂ ਤੈਨੂੰ ਵੀਰ ਨਹੀਂ, ਮੈਂ ਤੈਨੂੰ ਪੀਰ ਕਰਕੇ ਪੂਜਦੀ ਹਾਂ। ਬੇਬੇ ਨਾਨਕੀ ਆਪਣੇ ਵੀਰ ਨੂੰ ਵੀਰ ਨਹੀਂ, ਪੀਰ ਕਰਕੇ, ਇੱਕ ਮੁਰਸ਼ਿਦ, ਅੱਲਾ ਦਾ ਰੂਪ, ਉਹ ਪ੍ਰਮਾਤਮਾ ਦਾ ਰੂਪ ਜਾਣ ਕੇ ਪੂਜਦੀ ਸੀ। ਤੇ ਬੇਬੇ ਨਾਨਕੀ ਨੇ ਸੁਭਾਵਕ ਇਹ ਗੱਲ ਕਹੀ ਹੋਵੇਗੀ ਆਪਣੇ ਸਿਰ ਦੇ ਸਾਈਂ ਨੂੰ, ਜੈ ਰਾਮ ਜੀ ਨੂੰ, ਕਿ ਕਿਉਂ ਨਾ ਚੰਗਾ ਹੋਵੇ ਪਿਤਾ ਕਾਲੂ ਜੀ ਦੀ ਤੇ ਮੇਰੇ ਵੀਰ ਦੀ ਬਣਦੀ ਨਹੀਂ, ਆਪਾਂ ਨੂੰ ਉਹਨਾਂ ਨੂੰ ਇੱਥੇ ਬੁਲਾ ਕੇ ਕੋਈ ਨਾ ਕੋਈ ਕੰਮ ਦਵਾ ਦਿੰਦੇ। ਹੁਣ ਇੱਥੇ ਜਿਹੜਾ ਨਵਾਬ ਦੌਲਤ ਖਾਨ ਹੈ, ਇਹਦੇ ਕੋਲ ਇੱਕ ਜਿਹੜੀ ਪੋਸਟ ਹੈ, ਅੱਜ ਦੀ ਭਾਸ਼ਾ 'ਚ ਕਹਿ ਦੇਵਾਂ, ਉਹ ਖਾਲੀ ਹੈ। ਉਹ ਪੋਸਟ ਸੀ ਮੋਦੀ ਦੀ। ਇਹ ਮੋਦੀ ਦਾ ਹਿਸਾਬ ਕਿਤਾਬ ਬੜਾ ਲੰਮਾ ਚੌੜਾ ਹੁੰਦਾ ਸੀ। ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ, ਗਾਂ ਗੱਲ ਸਮਝਣੀ ਸੌਖੀ ਹੋ ਜਾਏਗੀ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਨੌਕਰੀ ਕੀਤੀ ਜਾਂਦੀ ਸੀ, ਉਹਦੀ ਤਨਖਾਹ ਜਿਹੜੀ ਉਹ ਜਿਣਸ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੁੰਦੀ ਸੀ, ਦਾਣੇ ਫੱਕੇ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੁੰਦੀ ਸੀ, ਕਿਉਂਕਿ ਉਦੋਂ ਪੈਸੇ ਬਹੁਤੇ ਨਹੀਂ ਸੀ ਹੁੰਦੇ। ਖੇਤੀ ਜਿਹੜੀ ਉਹ ਉਨੀ ਕੁ ਹੁੰਦੀ ਸੀ। ਜੇ ਕੋਈ ਸਧਾਰਨ ਜਨਤਾ ਟੈਕਸ ਭਰਦੀ ਸੀ, ਉਹ ਵੀ ਜਿਣਸ ਦੇ ਰੂਪ 'ਚ ਭਰਨਾ। ਜੇ ਕਿਸੇ ਨੂੰ ਤਨਖਾਹ ਮਿਲਣੀ, ਉਹ ਵੀ ਜਿਣਸ ਦੇ ਰੂਪ ਦੇ ਵਿੱਚ ਮਿਲਣੀ। ਤੇ ਜਿਹੜੀ ਜਿਣਸ ਸਾਰਿਆਂ 'ਚ ਵੰਡ ਵਰਤ ਦਿੱਤੀ ਜਾਂਦੀ ਸੀ, ਬਾਅਦ ਦੇ ਵਿੱਚ ਉਹਨੂੰ ਕਿਤੇ ਅੰਦਰ ਬਾਹਰ ਦੂਰ ਨੇੜੇ ਵੇਚ ਕੇ ਉਹ ਪੈਸੇ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤੇ ਜਾਂਦੇ ਸਨ। ਇਹਦਾ ਭਾਵ ਇਹ ਸੀ ਕਿ ਜਿਹੜਾ ਮੋਦੀ ਦੀ ਕਾਰ ਸੀ, ਇਹਦੇ ਵਿੱਚ ਲੈਣ ਦੇਣ ਦਾ ਕੰਮ ਬੜਾ ਜ਼ਿਆਦਾ ਸੀ ਤੇ ਬੰਦਾ ਇਮਾਨਦਾਰ ਚਾਹੀਦਾ ਸੀ। ਅੱਜ ਵੀ ਤੁਸੀਂ, ਤੁਹਾਡੇ ਕੋਲ ਦੋ ਕੁ ਮਹਿਕਮੇ ਤੁਹਾਡੇ ਸਾਹਮਣੇ ਰੱਖ ਦੇਣਾ। ਇੱਕ ਵਕੀਲਾਂ ਦੇ ਵੱਸ ਪੈ ਜਾਂਦਾ ਜਦੋਂ ਬੰਦਾ, ਇੱਕ ਕਚਹਿਰੀ, ਇੱਕ ਮਾਲ ਮਹਿਕਮਾ, ਫੂਡ ਜਿਹਨੂੰ ਅਸੀਂ ਕਹਿ ਦਿੰਦੇ ਅੱਜ। ਇਹਨਾਂ ਦੇ ਵਿੱਚ ਸਭ ਤੋਂ ਵੱਧ ਰਿਸ਼ਵਤਖੋਰੀ ਹੁੰਦੀ ਹੈ। ਤੁਸੀਂ ਦੇਖੋ ਕੋਈ ਹੈ ਰੱਬ ਦਾ ਪਿਆਰਾ, ਕੋਈ ਇਹ ਕਚਹਿਰੀਆਂ ਦੇ ਵਿੱਚ ਤੇ ਮਾਲ ਮਹਿਕਮੇ ਤੋਂ ਬਚਿਆ ਹੋਵੇ, ਨਹੀਂ ਤੇ ਸਾਰਿਆਂ ਦੇ ਹੱਥ ਜਿਹੜੇ ਨੇ ਉਹ ਪਰਾਏ ਧਨ ਖਾ ਕੇ ਰੰਗੇ ਹੋਏ ਨੇ। ਇੱਥੇ ਜਿਹੜਾ ਵੀ ਮੋਦੀ ਆਉਂਦਾ ਸੀ ਬੇਈਮਾਨੀ ਕਰਦਾ ਸੀ, ਲੋਕ ਬੜੇ ਤੰਗ ਸਨ। ਹੁਣ ਨਵਾਬ ਦੌਲਤ ਖਾਨ ਚਾਹੁੰਦਾ ਹੈ ਕਿ ਮੈਨੂੰ ਚੰਗਾ ਮੋਦੀ ਮਿਲੇ, ਮੇਰਾ ਕਾਰ ਵਿਹਾਰ ਜਿਹੜਾ ਉਹ ਚੰਗੇ ਤਰੀਕੇ ਦੇ ਨਾਲ ਚੱਲੇ। ਭਾਈ ਜੈ ਰਾਮ ਜੀ ਦੀਵਾਨ ਨੇ, ਭਾਈ ਜੈ ਰਾਮ ਨੇ ਨਵਾਬ ਦੌਲਤ ਖਾਨ ਨੂੰ ਕਿਹਾ ਕਿ ਨਾਨਕੀ ਦਾ ਭਰਾ ਏ, ਕਿਉਂ ਨਾ ਤੁਸੀਂ, ਮੈਂ ਉਹਨੂੰ ਲੈ ਕੇ ਆਵਾਂ, ਉਹਨੂੰ ਇਹ ਸੇਵਾ ਸੌਂਪ ਦੇਵੋ, ਉਹਨੂੰ ਇਹ ਡਿਊਟੀ ਦੇ ਦਿਓ, ਉਹ ਬੜੀ ਇਮਾਨਦਾਰੀ ਦੇ ਨਾਲ ਕਰੇਗਾ। ਨਵਾਬ ਨੇ ਕਿਹਾ ਉਹਨਾਂ ਨੂੰ ਲੈ ਆਓ, ਮੈਂ ਦੇਖ ਲੈਣਾ। ਸਤਿਗੁਰਾਂ ਨੂੰ ਖੜਿਆ ਗਿਆ। ਸਤਿਗੁਰੂ ਤਲਵੰਡੀ ਤੋਂ, ਪਰਿਵਾਰ ਸਤਿਗੁਰਾਂ ਦਾ ਇੱਥੇ ਰਹਿੰਦਾ ਹੈ। ਭਾਈ ਮਰਦਾਨਾ ਜੀ ਨਾਲ ਜਾਂਦੇ ਨੇ। ਇੱਕ ਗੱਲ ਯਾਦ ਰੱਖਿਓ, ਪਰਿਵਾਰ ਬਾਅਦ 'ਚ ਜਾਂਦਾ, ਮੈਂ ਅੱਗੇ ਜਾ ਕੇ ਅਰਜ਼ ਕਰਨੀ ਹੈ। ਭਾਈ ਮਰਦਾਨਾ ਜੀ ਨਾਲ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਲਵੰਡੀ ਤੋਂ ਸੁਲਤਾਨਪੁਰ ਦੀ ਧਰਤੀ ਤੇ ਪਹੁੰਚਦੇ ਨੇ। ਨਵਾਬ ਭੈਣ ਦੇ ਘਰੇ ਰਹੇ। ਅਗਲੇ ਦਿਨ ਨਵਾਬ ਦੇ ਕੋਲ ਜਾਂਦੇ ਨੇ ਤੇ ਸਤਿਗੁਰਾਂ ਦਾ ਨੂਰਾਨੀ ਚਿਹਰਾ ਦੇਖ ਕੇ, ਜਿਨ੍ਹਾਂ ਦੇ ਦੀਦਾਰ ਕੀਤਿਆਂ ਹੀ ਮਨੁੱਖ ਅੰਦਰੋਂ ਝੁਕ ਪੈਂਦਾ ਸੀ, ਉਹਦੇ ਅੱਗੇ ਨਵਾਬ ਕੀ ਬੋਲ ਸਕਦਾ ਸੀ। ਨਵਾਬ ਨੇ ਜੈ ਰਾਮ ਨੂੰ ਕਿਹਾ, ਕਹਿਣ ਲੱਗੇ ਜੈ ਰਾਮ ਜੀ, ਇਹ ਤੇ ਕੋਈ ਮਹਾਤਮਾ ਪਹੁੰਚੀ ਹੋਈ ਰੱਬੀ ਰੂਹ ਲੱਗਦੀ ਹੈ। ਇਹ ਮੋਦੀ ਖਾਨੇ ਦਾ ਹਿਸਾਬ ਕਿਤਾਬ ਰੱਖ ਲੈਣਗੇ? ਕਿਉਂਕਿ ਸਾਡੇ ਸਾਹਮਣੇ ਇੱਕ ਤਸਵੀਰ ਬਣੀ ਹੋਈ ਸੀ। ਅੱਜ ਵੀ ਸਾਡੇ ਮਨ 'ਚ ਬਾਬੇ ਦੀ ਤਸਵੀਰ ਬਣੀ ਹੈ। ਬਾਬਾ ਉਹ ਹੈ ਜਿਹੜਾ ਭਗਵੇ ਕੱਪੜੇ, ਜਾਂ ਅੱਜ ਦੀ ਭਾਸ਼ਾ ਚਿੱਟੇ ਕੱਪੜੇ ਪਾ ਕੇ ਰੱਖਦਾ, ਕੰਮ ਨੂੰ ਹੱਥ ਨਾ ਲਾਵੇ, ਅਸੀਂ ਉਹਨੂੰ ਬਾਬਾ ਕਹਿੰਦੇ ਆ। ਪਰ ਯਾਦ ਰੱਖਿਓ, ਗੁਰੂ ਨਾਨਕ ਦੇ ਘਰ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ, ਸੰਤ ਮਹਾਤਮਾ ਬਾਬਾ ਉਹਨੂੰ ਆਖਿਆ ਜਾਂਦਾ ਹੈ ਜਿਹੜਾ ਗੁਰੂ ਦੇ ਬਚਨਾਂ ਦੇ ਅਨੁਸਾਰੀ ਹੋ ਕੇ ਚੱਲਦਾ ਹੈ। ਜਿਸ ਵੇਲੇ ਇਹ ਗੱਲ ਕਹੀ ਕਿ ਇਹ ਮੋਦੀ ਦੀ ਕਾਰ ਸਾਂਭ ਲੈਣਗੇ, ਜ਼ਿੰਮੇਵਾਰੀ ਵਾਲਾ ਕੰਮ ਹੈ, ਸਤਿਗੁਰਾਂ ਨੇ ਅੰਮ੍ਰਿਤ ਵਚਨ ਕਹੇ। ਕਹਿਣ ਲੱਗੇ ਨਵਾਬ ਜੀ, ਲੈਣ ਦੇਣ ਤਾਂ ਕਾਰ ਵਿਹਾਰ ਤੇ ਪ੍ਰਮਾਤਮਾ ਦੇ ਹੱਥ ਹੈ, ਮਨੁੱਖ ਤਾਂ ਜਰੀਆ ਹੀ ਹੁੰਦਾ। ਨਵਾਬ ਕੀਲਿਆ ਗਿਆ। ਕਹਿਣ ਲੱਗੇ ਇਹਨਾਂ ਨੂੰ ਨਵਾਬ ਜਿਹੜੀ ਹੈ ਉਹ ਮੋਦੀ ਦੀ ਕਾਰ ਦਿੱਤੀ ਜਾਂਦੀ ਹੈ। ਸਤਿਗੁਰਾਂ ਨੂੰ ਮੋਦੀ ਦੀ ਕਾਰ ਦਿੱਤੀ ਗਈ। ਸਤਿਗੁਰਾਂ ਨੇ ਉੱਥੇ ਜਿਹੜਾ ਹੈ ਉਹ ਹੱਟੀ ਚਲਾਉਣੀ ਕੀਤੀ, ਮੋਦੀ ਖਾਨਾ ਚਲਾਉਣਾ ਕੀਤਾ। ਹੁਣ ਇੱਥੇ ਇੱਕ ਗੱਲ ਨੂੰ ਫੇਰ ਸਮਝਿਓ, ਜਿਹੜੇ ਪਹਿਲੇ ਮੋਦੀ ਸਨ ਉਹ ਕੀ ਕਰਦੇ? ਪੁਰਾਣੇ ਸਮੇਂ 'ਚ ਤੱਕੜੀਆਂ ਹੁੰਦੀਆਂ ਸਨ, ਹੱਥ ਵਾਲੀਆਂ, ਕਿਤੇ ਅੱਜ ਵੀ ਤੁਸੀਂ ਸ਼ਾਇਦ ਵੇਖੀ ਹੋਣ, ਕਿਤੇ ਕਿਤੇ ਸਾਨੂੰ ਵੇਖਣ ਨੂੰ ਮਿਲ ਜਾਂਦੀਆਂ ਨੇ। ਉਸ ਤੱਕੜੀ ਦੇ ਨਾਲ ਕਈ ਵਾਰੀ ਇੱਕ ਛਾਬੇ, ਉਹਨੂੰ ਜਿਹੜੇ ਦੋ ਪਾਸੇ ਤੇ ਲੱਗੇ ਹੁੰਦੇ ਨਾ ਬੱਟ, ਉਹਨੂੰ ਛਾਬਾ ਕਿਹਾ ਜਾਂਦਾ ਹੈ। ਛਾਬੇ ਦੇ ਨਾਲ ਇੱਕ ਪਾਸੇ ਜਿਹੜਾ ਕੁਝ ਭਾਰ ਬੰਨ ਦੇਣਾ, ਵੱਟੇ ਬੰਨ ਦੇਣੇ, ਕਹਿ ਦੇਣਾ ਅਸੀਂ ਪਾਸਕੂ ਕੀਤਾ ਹੋਇਆ, ਤੋਲ ਪੂਰਾ ਕੀਤਾ ਹੋਇਆ। ਤੇ ਜਿੱਧਰ ਭਾਰ ਬੰਨਿਆ ਹੋਣਾ, ਜਦੋਂ ਤੇ ਦਾਣੇ ਲੈਣੇ,
ਉਦੋਂ ਦੂਸਰੇ ਪਾਸੇ ਵੱਟੇ ਪਾ ਕੇ ਤੇ ਇੱਕ ਪਾਸੇ ਜਿਹੜਾ ਉਹ ਦਾਣੇ ਪਾ ਦੇਣੇ, ਤਾਂ ਜੋ ਉਹ ਵੱਟੇ ਜਿੱਧਰ ਭਾਰ ਬੱਦਾ ਵੱਟੇ ਉਧਰ ਰੱਖ ਦੇਣੇ, ਦਾਣੇ ਮੈਨੂੰ ਜ਼ਿਆਦੇ ਆ ਜਾਣ। ਜਦੋਂ ਦਾਣੇ ਦੇਣੇ ਉਦੋਂ ਭਾਰ ਵਾਲਾ ਪਾਸਾ ਦਾਣੇ ਪਾ ਦੇਣੇ ਤੇ ਦੂਸਰੇ ਚ ਵੱਟੇ ਰੱਖ ਦੇਣੇ, ਤਾਂ ਜੋ ਮੈਂ ਘੱਟ ਦੇਵਾਂ। ਜਦੋਂ ਮੈਂ ਸਾਖੀ ਪੜ੍ਹ ਰਿਹਾ ਸੀ, ਮੇਰੇ ਮਨ ਚ ਇੱਕ ਗੱਲ ਹੋਰ ਆਈ, ਮੈਂ ਵੀ ਤੱਕੜੀ ਦੇ ਨਾਲ ਪੰਗੇ ਲਏ ਨੇ। ਤੱਕੜੀ ਦੀ ਜਿਹੜੀ ਸੂਈ ਹੈ ਉਹ ਸੈਂਟਰ ਚ ਹੁੰਦੀ ਸੀ ਤੇ ਉੱਥੇ ਇੱਕ ਬੰਦਾ ਹੱਥ ਦੇ ਨਾਲ ਫੜਦਾ ਸੀ, ਤੇ ਜਿਹੜੇ ਇਹਨਾਂ ਨੇ ਤੱਕੜੀ ਵਰਤੀ ਹੈ, ਆਪ ਨੂੰ ਪਤਾ ਹੋਵੇਗਾ, ਉਂਗਲ ਮਾਰ ਕੇ ਤੱਕੜੀ ਨੂੰ ਅੱਗੇ ਪਿੱਛੇ ਵੀ ਕਰ ਦਿੱਤਾ ਜਾਂਦਾ ਸੀ। ਭਾਵ ਤੱਕੜੀ ਦੇ ਵਿੱਚ ਹੇਰਾ ਫੇਰੀ ਬਹੁਤੀ ਕੀਤੀ ਜਾਂਦੀ ਸੀ। ਜਿੰਸ ਜਿਹੜੀ ਹੈ ਉਹ ਜਦੋਂ ਲੈਣੀ ਉਹ ਜ਼ਿਆਦੀ ਲੈ ਕੇ ਘੱਟ ਦੱਸਣੀ, ਜਦੋਂ ਦੇਣੀ ਉਦੋਂ ਘੱਟ ਦੇ ਕੇ ਤੇ ਵੱਧ ਦੱਸਣੀ। ਉਸ ਤੋਂ ਬਾਅਦ ਮੋਦੀ ਦੀ ਆਪਣੀ ਤਨਖਾਹ ਹੁੰਦੀ ਸੀ, ਪਲੱਸ ਉਹਦਾ ਜਿਹੜਾ ਹੈ ਉਹ ਅੱਜ ਦੇ ਹਿਸਾਬ ਨਾਲ ਜਿਵੇਂ ਅਸੀਂ ਕਮਿਸ਼ਨ ਕਹਿ ਦਿੰਦੇ ਉਹ ਵੱਖਰੀ ਹੁੰਦੀ ਸੀ। ਇਹ ਚੀਜ਼ਾਂ ਮੋਦੀ ਨੂੰ ਮਿਲਦੀਆਂ ਸਨ। ਮੇਰੇ ਸਤਿਗੁਰੂ ਆਏ, ਇਹ ਤੇ ਆਏ ਹੀ ਵੰਡਣ ਸਨ, ਇਹਨਾਂ ਨੇ ਕੀ ਰੱਖਣਾ ਸੀ। ਜਿਹੜਾ ਵੀ ਆਉਂਦਾ ਹੈ ਸਤਿਗੁਰੂ ਭਰ ਭਰ ਤੱਕੜੀਆਂ ਤੋਲਦੇ ਨੇ। ਜਿਹੜਾ ਸਤਿਗੁਰਾਂ ਨੇ ਆਪਣੀ ਤਨਖਾਹ ਬਣਨੀ ਹੈ, ਜੋ ਆਪਣਾ ਬਚਣਾ ਉਹ ਵੀ ਸਤਿਗੁਰੂ ਉਹਨਾਂ ਦੀ ਝੋਲੀ ਚ ਪਾ ਦਿੰਦੇ ਨੇ। ਜੇ ਕੋਈ ਗਰੀਬ ਦੇਖਦੇ ਨੇ, ਕੋਈ ਮਾੜਾ ਦੇਖਦੇ ਨੇ, ਉਹਨੂੰ ਵੀ ਬਿਨਾਂ ਜੋਖੇ ਹੀ ਉਹਦੀਆਂ ਝੋਲੀ ਭਰ ਦਿੰਦੇ ਨੇ। ਇੱਥੋਂ ਤੱਕ ਸੁਲਤਾਨਪੁਰ ਦਾ ਹਾਲ ਬਣ ਗਿਆ, ਜਿੱਥੇ ਲੋਕ ਅੱਗੇ ਭੁੱਖੇ ਰਾਤ ਨੂੰ ਸੌਂਦੇ ਸਨ, ਜਿੱਥੇ ਬੱਚੇ ਰਾਤ ਨੂੰ ਭੁੱਖ ਦੇ ਨਾਲ ਬਿਲਕਦੇ ਸਨ, ਉੱਥੇ ਗੁਰੂ ਨਾਨਕ ਸਾਹਿਬ ਦੀ ਇੰਨੀ ਕੁ ਕਲਾ ਵਰਤੀ, ਇੰਨੀ ਕੁ ਕਿਰਪਾ ਵਰਤੀ ਕਿ ਸਾਰੇ ਰੱਜ ਕੇ ਰੋਟੀ ਖਾਣ ਲੱਗ ਪਏ। ਸਾਰੇ ਪਾਸੇ ਪ੍ਰਸ਼ਾਦਾ ਛਕਿਆ ਜਾਂਦਾ ਹੈ। ਹੁਣ ਕੋਈ ਵੀ ਝੁੱਗੀ ਮਾੜੀ ਤੋਂ ਮਾੜੀ ਹੈ, ਇਹੋ ਜਿਹੀ ਨਹੀਂ ਸੀ ਬਚੀ ਜਿਹਦੇ ਵਿੱਚ ਰਾਤ ਨੂੰ ਰੋਟੀ ਨਾ ਪੱਕਦੀ ਹੋਵੇ, ਬੱਚੇ ਪੇਟ ਭਰ ਕੇ ਰੋਟੀ ਨਾ ਖਾਂਦੇ ਹੋਣ। ਸਤਿਗੁਰਾਂ ਦੀ ਇਹ ਕਿਰਤ ਵਿਰਤ ਦੇ ਜਿਹੜੇ ਨੇ ਉਹ ਦੂਰ ਦੂਰ ਤੱਕ ਚਰਚੇ ਹੋਣ ਲੱਗੇ, ਦੂਰ ਦੂਰ ਤੱਕ ਇਹ ਗੱਲਾਂ ਫੈਲ ਗਈਆਂ। ਜਿਸ ਵੇਲੇ ਮੋਦੀ ਦੀ ਕਾਰ ਚੱਲਦੀ ਹੈ ਤੇ ਸਤਿਗੁਰਾਂ ਨੇ ਇਹ ਸੋਚਿਆ ਕਿ ਭੈਣ ਦੇ ਉੱਤੇ ਭਾਰ ਪਾਉਣਾ ਬਹੁਤਾ ਠੀਕ ਨਹੀਂ। ਤਲਵੰਡੀ ਤੋਂ ਭਾਈ ਮਰਦਾਨਾ ਜੀ ਨੂੰ ਭੇਜ ਕੇ ਆਪਣਾ ਪਰਿਵਾਰ ਸਦਾ ਲਿਆ। ਮਾਤਾ ਜੀ ਆ ਗਏ ਬੱਚੇ ਲੈ ਕੇ। ਸਤਿਗੁਰੂ ਜਿਸ ਵੇਲੇ ਮੋਦੀ ਇੱਥੇ ਨੇ ਸੁਲਤਾਨਪੁਰ ਭੈਣ ਦੇ ਘਰ ਤੋਂ ਅਲੱਗ ਹੋ ਕੇ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਚੰਗਾ ਨਹੀਂ ਸੀ ਕਿ ਭੈਣ ਤੇ ਭਾਰ ਪਾਇਆ ਜਾਵੇ। ਆਪਣੇ ਪਰਿਵਾਰ ਦਾ ਗੁਜਰਾਨ ਹੁੰਦਾ ਹੈ। ਅਗਲੀ ਗੱਲ, ਇੱਥੇ ਸਤਿਗੁਰੂ ਜਿਹੜੇ ਨੇ ਉਹ ਭਾਈ ਮਰਦਾਨੇ ਦੇ ਨਾਲ, ਇੱਥੇ ਨਦੀ ਹੈ ਵੇਈ ਨਦੀ ਜਿਹਨੂੰ ਅਸੀਂ ਕਹਿੰਦੇ, ਦੋ ਨਦੀ ਕਾਲੀ, ਇੱਕ ਕਾਲੀ ਨੇ ਵੇਈ ਹੈ, ਇੱਕ ਚਿੱਟੀ ਹੈ। ਕਾਲੀ ਜਿਹੜੀ ਹੈ ਇਹ ਸੁਲਤਾਨਪੁਰ ਤੋਂ ਕੇ ਲੰਘਦੀ, ਚਿੱਟੀ ਦਾ ਆਪਾਂ ਜ਼ਿਕਰ ਨਹੀਂ ਕਰਨਾ। ਇੱਥੇ ਸਤਿਗੁਰੂ ਇਹਦੇ ਕੰਢੇ ਤੇ ਰੋਜ਼ ਜਾ ਕੇ ਇਸ਼ਨਾਨ ਕਰਕੇ ਤੇ ਉਸ ਪ੍ਰਮਾਤਮਾ ਦੀ ਇਬਾਦਤ ਦੇ ਵਿੱਚ ਬੈਠਦੇ ਨੇ। ਤੇ ਭਾਈ ਮਰਦਾਨੇ ਦਾ ਵੀ ਰੂਟੀਨ ਬਣੀ ਹੋਈ ਹੈ। ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਨੇ, ਸਤਿਗੁਰੂ ਮਾਲਕ ਦੀ ਕੀਰਤੀ ਕਰਦੇ ਨੇ। ਹੌਲੀ ਹੌਲੀ ਇੱਥੇ ਸੰਗਤ ਵੱਜਣੀ ਸ਼ੁਰੂ ਹੋ ਗਈ। ਸਵੇਰੇ ਵੀ ਸਤਿਗੁਰੂ ਜਾਂਦੇ ਨੇ ਤੇ ਸ਼ਾਮ ਨੂੰ ਵੀ ਜਾਂਦੇ ਨੇ। ਦਿਨ ਵੇਲੇ ਆਪਣੇ ਮੋਦੀ ਦੀ ਕਾਰ ਨੂੰ ਇਮਾਨਦਾਰੀ ਦੇ ਨਾਲ ਕਰਦੇ ਨੇ। ਜਿਸ ਵੇਲੇ ਇਹ ਚਰਚਾ ਦੂਰ ਦੂਰ ਤੱਕ ਫੈਲੀ, ਸੁਲਤਾਨਪੁਰ ਦੀ ਧਰਤੀ ਤੋਂ ਇੱਕ ਨਗਰ ਹੈ, ਇਹਦਾ ਨਾਮ ਹੈ ਮੈਲ ਸਿੰਘਾਂ। ਇੱਥੋਂ ਦਾ ਚੌਧਰੀ ਹੈ, ਉਹਦਾ ਨਾਮ ਹੈ ਭਗੀਰਥ। ਤੇ ਇਹ ਜਿਹੜਾ ਭਗੀਰਥ ਹੈ ਇਹ ਕਾਲੀ ਦੇਵੀ ਦਾ, ਕਾਲੀ ਮਾਤਾ ਦਾ ਉਪਾਸ਼ਕ ਸੀ, ਉਹਦਾ ਭਗਤ ਸੀ। ਤੇ ਇਹਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਹੈ ਤੇ ਉਪਾਸ਼ਕ ਮਾਤਾ ਦਾ ਸੀ, ਪਰ ਇਹਦੇ ਅੰਦਰ ਲਾਲਸਾ ਸੀ ਮੈਨੂੰ ਮੁਕਤੀ ਮਿਲੇ। ਤੇ ਇਹ ਬੜਾ ਵਿਆਕੁਲ ਹੋਣਾ, ਇਹਨੇ ਬੜੇ ਵਿਆਕੁਲ ਹੋ ਕੇ ਬੜੀ ਭਾਵਨਾ ਦੇ ਨਾਲ ਬੰਦਗੀ ਕਰਨੀ, ਅੰਦਰੋਂ ਪ੍ਰੇਮ ਦੇ ਨਾਲ ਬੜਾ ਭਿੱਜਿਆ ਹੋਣਾ ਤੇ ਰੋ ਰੋ ਕੇ ਤਰਲੇ ਲੈਣੇ। ਕਹਿੰਦੇ ਨੇ ਇੱਕ ਦਿਨ ਇਹਨੂੰ ਸੁਪਨੇ ਦੇ ਵਿੱਚ ਕਾਲੀ ਮਾਤਾ ਮਿਲੀ। ਕਹਿਣ ਲੱਗੀ, ਭਗੀਰਥ ਇੰਨਾ ਵਿਆਕੁਲ ਨਾ ਹੋਇਆ ਕਰ। ਕਹਿਣ ਲੱਗਾ, ਮਾਂ ਮੈਨੂੰ ਮੁਕਤੀ ਚਾਹੀਦੀ ਹੈ। ਕਹਿਣ ਲੱਗੀ, ਦੁਨਿਆਵੀ ਪਦਾਰਥ ਜਿਹੜਾ ਚਾਹੀਦਾ ਉਹ ਲੈ ਲਾ, ਮੁਕਤੀ ਮੇਰੇ ਕੋਲ ਵੀ ਹੈ ਨਹੀਂ। ਚਲੋ ਇੱਕ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇਹ ਮੈਂ ਬਾਅਦ ਚ ਸਾਂਝਾ ਕਰਾਂਗਾ। ਕਹਿਣ ਲੱਗੇ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਉਹਨੇ ਕਿਹਾ, ਕਹਿਣ ਲੱਗੇ ਮੁਕਤੀ ਮੇਰੇ ਕੋਲ ਵੀ ਹੈ ਨਹੀਂ। ਕਹਿਣ ਲੱਗਾ, ਮੈਨੂੰ ਮੁਕਤੀ ਕਿੱਥੋਂ ਮਿਲੇਗੀ। ਕਹਿਣ ਲੱਗੇ, ਕਲਯੁਗ ਦਾ ਉਧਾਰ ਕਰਨ ਗੁਰੂ ਨਾਨਕ ਸਾਹਿਬ ਆਏ ਨੇ, ਇਸ ਵੇਲੇ ਸੁਲਤਾਨਪੁਰ ਦੀ ਧਰਤੀ ਨੇ ਉਹਨਾਂ ਦੇ ਚਰਨਾਂ 'ਚ ਚਲਿਆ ਜਾ। ਕੁਝ ਇਹ ਸੁਪਨੇ ਦਾ ਜ਼ਿਕਰ ਕਰਦੇ ਨੇ, ਕੁਝ ਨਹੀਂ ਜ਼ਿਕਰ ਕਰਦੇ। ਚਲੋ ਇਹ ਇੱਕ ਗੱਲ ਵੱਖਰੀ ਹੈ। ਭਾਈ ਭਗੀਰਥ ਇਹ ਚੌਧਰੀ ਹੋਣ ਕਰਕੇ ਇਹਦਾ ਅਨਾਜ ਅਨੂਜ ਸਾਰਾ ਜਿਹੜਾ ਉਹ ਇੱਥੋਂ ਜਾਂਦਾ ਹੈ ਸੁਲਤਾਨਪੁਰ ਤੋਂ। ਇਹ ਜਿਸ ਵੇਲੇ ਸਤਿਗੁਰਾਂ ਦੇ ਕੋਲ ਆਇਆ ਤੇ ਸਤਿਗੁਰਾਂ ਨੇ ਇਹਦਾ ਚਿਹਰਾ ਵੇਖ ਕੇ ਪਛਾਣ ਲਿਆ ਕਿ ਇਹ ਮਨੁੱਖ ਪ੍ਰਮਾਤਮਾ ਦਾ ਭਗਤ, ਇਹਦੇ ਅੰਦਰ ਚੰਗਿਆਰੀ ਲਾਉਣ ਦੀ ਲੋੜ ਹੈ। ਇੱਥੇ ਇੱਕ ਗੱਲ ਹੋਰ ਮੈਂ ਥੋੜੀ ਜਿਹੀ ਸਾਂਝੀ ਕਰ ਦੇਵਾਂ। ਇੱਕ ਭਾਈ ਮਰਦਾਨਾ ਜੀ ਨੇ ਨਾ ਸੁਲਤਾਨਪੁਰ ਦੀ ਧਰਤੀ ਤੇ ਇੱਕ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ। ਕਹਿਣ ਲੱਗਾ, ਬਾਬਾ ਕੁਝ ਮਨੁੱਖ ਇਹੋ ਜਿਹੇ ਨੇ ਜਿਨ੍ਹਾਂ ਨੂੰ ਅਸੀਂ ਸਮਝਾਉਂਦੇ ਹੋਏ ਥੱਕ ਜਾਂਦੇ ਆ,
ਉਹ ਤਾਂ ਵੀ ਸੁਧਰਨ ਦਾ ਯਤਨ ਨਹੀਂ ਕਰਦੇ। ਕਈ ਵਾਰੀ ਵੇਖਿਆ ਹੈ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਤੁਹਾਡੇ ਚਰਨਾਂ 'ਚ ਆਏ ਤੇ ਉਸੇ ਵੇਲੇ ਹੀ ਪ੍ਰਮਾਤਮਾ ਦੇ ਨਾਲ ਜੁੜ ਗਏ। ਇਹਦਾ ਮਾਮਲਾ ਕੀ ਹੈ, ਚੱਕਰ ਕੀ ਹੈ? ਕੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ? ਤੇ ਸਤਿਗੁਰਾਂ ਦੇ ਸਮਝਾਉਣ ਦਾ ਢੰਗ ਬੜਾ ਵੱਖਰਾ ਸੀ। ਆਪਾਂ ਉਦਾਸੀਆਂ ਸਮੇਂ ਸਾਂਝਾ ਕਰਾਂਗੇ। ਸਤਿਗੁਰਾਂ ਨੇ 3 ਦੀਵੇ ਦਿੱਤੇ ਭਾਈ ਮਰਦਾਨੇ ਨੂੰ। ਕਹਿਣ ਲੱਗੇ, ਮਰਦਾਨਿਆ ਆਹ ਦੀਵਾ ਲੈ ਜਾ, ਤਿੰਨੇ ਇਹਨਾਂ ਨੂੰ ਜਗਾ ਕੇ ਲਿਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਦਾਤਾ ਜੀ ਆਹ 2 ਦੀਵੇ ਨਹੀਂ ਜਗਣੇ, ਤੀਜਾ ਜਗ ਪਊਗਾ। ਸਤਿਗੁਰੂ ਕਹਿਣ ਲੱਗੇ, ਤਿੰਨੇ ਦੀਵੇ ਨੇ, ਜਗਣੇ ਕਿਉਂ ਨਹੀਂ? ਕਹਿਣ ਲੱਗਾ, ਜੀ ਪਹਿਲਾ ਦੀਵਾ ਤਾਂ ਹੈ, ਇਹਦੇ ਵਿੱਚ ਨਾ ਤੇ ਵੱਟੀ ਹੈ ਤੇ ਨਾ ਤੇ ਤੇਲ ਹੈ, ਇਸ ਕਰਕੇ ਇਹਦੇ ਤੇ ਜ਼ਿਆਦੀ ਮਿਹਨਤ ਲੱਗਣੀ, ਇਹਦੇ ਚ ਵੱਟੀ ਵੀ ਪਾਉਣੀ ਪੈਣੀ, ਇਹਦੇ ਚ ਤੇਲ ਵੀ ਪਾਉਣਾ ਪੈਣਾ ਹੈ। ਸਤਿਗੁਰੂ ਕਹਿਣ ਲੱਗੇ, ਠੀਕ ਹੈ। ਕਹਿਣ ਲੱਗਾ, ਜੀ ਜਿਹੜਾ ਤੁਸੀਂ ਦੂਜਾ ਦੀਵਾ ਦਿੱਤਾ ਇਹਦੇ ਵਿੱਚ ਵੱਟੀ ਤਾਂ ਹੈਗੀ, ਤੇਲ ਕੋਈ ਨਹੀਂ ਹੈਗਾ, ਇਹਦੇ ਚ ਤੇਲ ਪਾਉਣਾ ਪੈਣਾ ਹੈ। ਸਤਿਗੁਰੂ ਕਹਿਣ ਲੱਗੇ, ਤੀਸਰਾ? ਕਹਿਣ ਲੱਗਾ, ਜੀ ਇਹਦੇ ਚ ਵੱਟੀ ਵੀ ਹੈ, ਇਹਦੇ ਚ ਤੇਲ ਹੀ ਹੈ, ਇਹਨੂੰ ਹਲਕਾ ਜਿਹਾ ਟੱਚ ਕਰਨ ਦੀ ਲੋੜ ਹੈ, ਮਾੜੀ ਜੀ ਚੰਗਿਆਰੀ ਦੇਣ ਦੀ ਲੋੜ, ਇਹਨੇ ਜਗ ਪੈਣਾ ਹੈ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਬਸ ਇਹੋ ਮਨੁੱਖਾਂ ਦਾ ਹਾਲ ਹੈ। ਕਈ ਸਰੀਰਕ ਭਾਂਡੇ ਦੀਵਿਆਂ ਵਰਗੇ ਆਉਂਦੇ ਨੇ ਜਿਨ੍ਹਾਂ ਅੰਦਰ ਭਾਵਨਾ ਦੀ ਵੱਟੀ ਵੀ ਨਹੀਂ ਹੁੰਦੀ ਤੇ ਸਿੱਖਣ ਦੀ ਲਾਲਸਾ ਦਾ ਤੇਲ ਕੋਈ ਵੀ ਨਹੀਂ ਹੁੰਦਾ, ਉਹਨਾਂ ਤੇ ਮਿਹਨਤ ਵੱਧ ਕਰਨੀ ਪੈਂਦੀ ਹੈ। ਕਈਆਂ ਅੰਦਰ ਪ੍ਰੇਮ ਦੀ ਵੱਟੀ ਤੇ ਹੁੰਦੀ ਹੈ, ਕੋਈ ਸਵੱਬ ਨਹੀਂ ਬਣਿਆ ਹੁੰਦਾ, ਉਹਨਾਂ ਅੰਦਰ ਲਾਲਸਾ ਦਾ ਜਿਹੜਾ ਉਹ ਤੇਲ ਪਾਉਣਾ ਪੈਂਦਾ ਹੈ। ਕੁਝ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਅੰਦਰ ਭਾਵਨਾ ਦੀ ਵੱਟੀ ਵੀ ਹੁੰਦੀ ਹੈ, ਸਿੱਖਣ ਦੀ ਲਾਲਸਾ ਦਾ ਤੇਲ ਵੀ ਹੁੰਦਾ ਹੈ, ਬਸ ਉਹ ਥੋੜਾ ਜਿਹਾ ਗੁਰੂ ਦੇ ਚਰਨਾਂ 'ਚ ਜੁੜਦੇ ਨੇ। ਤੇ ਬਾਣੀ ਦਾ ਫਰਮਾਨ ਹੈ ਕਿ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ, ਉਹਨਾਂ ਦਾ ਉਸੇ ਵੇਲੇ ਹੀ ਪਾਰ ਉਤਾਰਾ ਹੋ ਜਾਂਦਾ। ਭਾਈ ਭਗੀਰਥ ਆਇਆ, ਆਣ ਕੇ ਇਹਨੇ ਜਿਹੜਾ ਉਹ ਜੋ ਅਨਾਜ ਲੈਣਾ ਸੀ ਲੈਣ ਲੱਗਾ, ਸਤਿਗੁਰਾਂ ਨੇ ਤੱਕੜੀ ਫੜੀ ਤੇ ਸਤਿਗੁਰੂ ਜੀ ਛਾਬੇ ਦੇ ਵਿੱਚ ਦਾਣੇ ਪਾ ਕੇ ਜੋਖਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਜੋਖਣ ਦੇ ਤਰੀਕੇ ਬੜੇ ਅਲੱਗ ਹੋਇਆ ਕਰਦੇ ਸਨ। ਇਹ ਜਦੋਂ ਛਾਬੇ 'ਚ ਪਾ ਕੇ ਦਾਣੇ ਜੋਖਣੇ, ਕੋਈ ਭੁੱਲ ਨਾ ਜਾਵੇ, ਉਦੋਂ ਇੱਕ ਛਾਬਾ ਪਾਉਣਾ, ਮੰਨ ਲਓ ਉਹ ਨਾਲ ਹੀ ਗਿਣੀ ਜਾਣਾ, ਇੱਕ ਜਿੰਨਾ ਚਿਰ ਦੂਸਰਾ ਨਾ ਪਾਉਣਾ, ਦੂਸਰਾ ਪਾਉਣਾ ਤੇ ਨਾਲ ਕਹਿ ਦੇਣਾ 2 2 2, ਤੀਸਰਾ ਪਾਉਣਾ ਫਿਰ 3 3, ਏਦਾਂ ਕਹੀ ਜਾਣਾ। ਹੁਣ ਭਾਈ ਭਗੀਰਥ ਨੇ ਪੱਲੜਾ ਵਿਛਾਇਆ ਹੋਇਆ ਹੈ ਗਾੜੀ, ਸਤਿਗੁਰੂ ਜੀ ਅਨਾਜ ਜਿਹੜਾ ਆਪ ਜੋ ਕੇ ਪਾਉਣ ਲੱਗੇ, ਇੱਕ ਛਾਬਾ ਪਾਇਆ, ਸਤਿਗੁਰੂ ਮੁਖ ਤੋਂ ਕਹਿੰਦੇ ਨੇ ਇੱਕ 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 ਉਚਾਰੀ ਜਾਂਦੇ ਨੇ। ਦੂਸਰਾ ਛਾਬਾ ਪਾਇਆ, ਸਤਿਗੁਰੂ ਤਾਂ ਵੀ ਇੱਕ ਇੱਕ ਉਚਾਰੀ ਜਾਂਦੇ ਨੇ। ਤੀਸਰਾ ਪਾ ਦਿੱਤਾ, ਜਦੋਂ 6 ਛਾਬੇ ਪਾ ਦਿੱਤੇ, ਭਾਈ ਭਗੀਰਥ ਦੇਖਦਾ ਪਿਆ ਇਹ ਕਿਹੋ ਜਿਹਾ ਮੋਦੀ ਹੈ, ਇਹਨੂੰ ਗਿਣਤੀ 'ਚ ਭੁਲੇਖਾ ਲੱਗ ਗਿਆ। ਜਿਸ ਵੇਲੇ ਸਤਿਗੁਰੂ 7ਵਾਂ ਪਾਉਣ ਲੱਗੇ, ਕਹਿਣ ਲੱਗਾ, ਜੀ ਇਹ ਇੱਕ ਨਹੀਂ, ਇਹ 7ਵਾਂ ਹੈ। ਸਤਿਗੁਰੂ ਕਹਿਣ ਲੱਗੇ, ਠੀਕ ਹੈ। ਸਤਿਗੁਰੂ 7 7 ਕਰਨ ਲੱਗ ਪਏ। ਜਿਸ ਵੇਲੇ 7 ਕਰਦੇ ਨੇ, ਸਤਿਗੁਰੂ ਫੇਰ ਛਾਬੇ ਪਾਈ ਜਾਂਦੇ, ਫੇਰ ਗਿਣਤੀ 7 ਤੇ ਅੜਕ ਗਈ। ਹੁਣ ਸਤਿਗੁਰੂ ਜਿਸ ਵੇਲੇ ਭਾਈ ਭਗੀਰਥ ਨੂੰ 13ਵਾਂ ਪਾਉਂਦੇ ਨੇ ਤੇ ਉਹ ਕਹਿਣ ਲੱਗਾ, ਜੀ ਬਸ ਰੁਕ ਜਾਓ, 13 ਜਿਹੜੇ ਸਨ ਉਹ ਹੋ ਗਏ ਨੇ। ਸਤਿਗੁਰੂ ਕਹਿਣ ਲੱਗੇ, ਭਲਿਆ ਚੱਲ ਠੀਕ ਹੈ, ਜੇ 13 ਹੋ ਗਏ ਨੇ ਤੇ ਤੇਰੀ ਖੁਸ਼ੀ ਹੈ। ਭਾਈ ਭਗੀਰਥ ਨੇ ਉਹ ਅਨਾਜ ਲਿਆ, ਪੰਡ ਬੰਨ ਕੇ ਤੇ ਨੌਕਰ ਦੇ ਸਿਰ ਤੇ ਰੱਖਿਆ ਕੇ ਤੁਰਨ ਲੱਗਾ। ਜਾਣ ਲੱਗਿਆ ਇੱਕ ਗੱਲ ਜਿਹੜੀ ਹੈ ਉਹ ਸਤਿਗੁਰਾਂ ਨੂੰ ਕਹਿਣ ਲੱਗਾ, ਮੋਦੀ ਜੀ, ਇਹ ਮੋਦੀ ਸ਼ਬਦ ਵਰਤਿਆ ਜਾਂਦਾ ਸੀ, ਇਹਦਾ ਦੂਸਰਾ ਅਰਥ ਨਾ ਕੱਢ ਲਿਓ। ਕਹਿਣ ਲੱਗਾ, ਮੋਦੀ ਖਾਨਾ ਜੋ ਚੱਲਦਾ, ਕਹਿਣ ਲੱਗਾ, ਮੋਦੀ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਨੂੰ। ਸਤਿਗੁਰੂ ਕਹਿਣ ਲੱਗੇ, ਬੋਲੋ। ਸਤਿਗੁਰਾਂ ਨੂੰ ਪਤਾ ਸੀ ਕੋਈ ਨਾ ਕੋਈ ਗੱਲ ਛੇੜੇਗਾ, ਕਿਉਂਕਿ ਸਤਿਗੁਰੂ ਅੰਤਰਜਾਮਤਾ ਨੂੰ ਉਹਦੀ ਨੂੰ ਜਾਣਦੇ ਸਨ। ਕਹਿਣ ਲੱਗਾ, ਤੁਸੀਂ ਭਲੇ ਪੁਰਸ਼ ਜੇ, ਤੁਸੀਂ ਇਹ ਕਾਰ ਕਰਨੀ ਜਿਹੜੀ ਮੋਦੀ ਦੀ ਛੱਡ ਦੇਵੋ। ਸਤਿਗੁਰੂ ਕਹਿਣ ਲੱਗੇ, ਕੀ ਹੋਇਆ? ਕਹਿਣ ਲੱਗੇ, ਤੁਸੀਂ ਹਿਸਾਬ 'ਚ ਧੋਖਾ ਖਾਓਗੇ, ਘਾਟਾ ਪਊਗਾ ਤੁਹਾਨੂੰ, ਨਵਾਬ ਸਜ਼ਾ ਦੇਵੇਗਾ। ਸਤਿਗੁਰੂ ਕਹਿੰਦੇ, ਮੈਨੂੰ ਗਿਣਤੀ ਨਹੀਂ ਆਉਂਦੀ। ਕਹਿਣ ਲੱਗਾ, ਜੀ ਨਹੀਂ। ਸਤਿਗੁਰੂ ਕਹਿੰਦੇ, ਮੈਂ ਗਿਣੇ ਤੇ ਹੈਗੇ ਨੇ। ਕਹਿਣ ਲੱਗਾ, ਜੀ ਤੁਸੀਂ ਤੇ ਕੇਵਲ ਆਹ 3 ਸ਼ਬਦ ਗਿਣੇ ਨੇ। ਸਤਿਗੁਰੂ ਕਹਿੰਦੇ, ਮੈਨੂੰ 3 ਚੰਗੇ ਹੀ 3 ਲੱਗਦੇ ਨੇ। ਬੜਾ ਹੈਰਾਨ ਹੋਇਆ, ਕਹਿਣ ਲੱਗਾ, ਗਿਣਤੀ ਹਿਸਾਬ ਕਿਤਾਬ ਵਾਸਤੇ ਤੇ ਵਰਤੀ ਜਾਂਦੀ ਹੈ, ਚੰਗੇ ਲੱਗਣ ਤੇ ਨਾ ਲੱਗਣ ਦਾ ਕੀ ਮਤਲਬ ਹੋਇਆ? ਸਤਿਗੁਰੂ ਕਹਿੰਦੇ, ਜੇ ਇਹਦੇ ਬਾਰੇ ਪੁੱਛਣਾ ਤੇ ਕੋਲ ਬੈਠ ਜਾ। ਇਹਨੇ ਨੌਕਰ ਦੇ ਕੋਲੋਂ ਪੰਡ ਥੱਲੇ ਉਤਰਾਈ ਤੇ ਸਤਿਗੁਰੂ ਕਹਿਣ ਲੱਗੇ, ਭਲਿਆ ਸੁਣ। ਕਹਿੰਦੇ, ਮੈਂ ਇੱਕ ਸ਼ਬਦ ਤਾਂ ਉਚਾਰਨ ਕੀਤਾ ਕਿ ਉਹ ਹੈ ਹੀ ਇੱਕ। ਹੁਣ ਭਾਈ ਭਗੀਰਥ ਹੈ ਤਾਂ ਪ੍ਰਮਾਤਮਾ ਦਾ ਭਗਤ ਸੀ, ਰਸਤਾ ਉਹਦਾ ਥੋੜਾ ਜਿਹਾ ਗਲਤ ਸੀ, ਉਹਨੂੰ ਕੋਈ ਪੂਰਾ ਗੁਰੂ ਨਹੀਂ ਸੀ ਮਿਲਿਆ। ਕਹਿਣ ਲੱਗੇ, ਉਹ ਪ੍ਰਮਾਤਮਾ ਹੈ ਹੀ ਇੱਕ, ਦੂਜਾ ਹੁੰਦਾ ਤੇ ਮੈਂ 2 ਉਚਾਰਨ ਕਰਦਾ ਨਾ। ਸੋਚਣ ਲੱਗਿਆ, ਗੱਲ ਤੇ ਠੀਕ ਹੈ। ਕਹਿਣ ਲੱਗਾ, ਜੀ ਫਿਰ 7। ਸਤਿਗੁਰੂ ਕਹਿੰਦੇ, ਜਿਹੜਾ ਇੱਕ ਹੈ ਉਹੀ ਉਹ 7 ਹੈ, ਬਾਕੀ ਤੇ ਸਾਰਾ ਕੁਝ ਝੂਠ ਹੈ, ਬਾਕੀ ਸਭ ਕੁਝ ਨਾਸ਼ਵੰਤ ਹੈ।
ਕਹਿਣ ਲੱਗੇ ਇਹ ਵੀ ਗੱਲ ਠੀਕ ਹੈ। ਕਹਿੰਦੇ ਜੀ ਫਿਰ 13, ਕਹਿੰਦੇ ਇਹਦਾ ਜਵਾਬ ਤੂੰ ਆਪ ਦੇ ਦਿੱਤਾ, ਬਸ ਕਰੋ ਨਾ, ਮੈਂ ਹੁਣ 13 ਹੋ ਗਿਆ। ਕਹਿੰਦੇ ਜਦੋਂ ਮਨੁੱਖ ਮੈਂ ਮੇਰੀ ਨੂੰ ਛੱਡ ਕੇ 13 ਹੋ ਜਾਂਦਾ, ਉੱਥੇ ਤੇ ਪ੍ਰਮਾਤਮਾ ਮਿਲ ਜਾਂਦਾ ਹੈ। ਆਖਰ ਭਾਈ ਭਗੀਰਥ ਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ। ਸਾਰਾ ਕੁਝ ਛੱਡ ਕੇ ਕਹਿਣ ਲੱਗਾ ਮੈਂ ਦੇਵੀ ਦਾ ਉਪਾਸ਼ਕ ਹਾਂ, ਰਹਿਮਤ ਕਰਕੇ ਮੈਨੂੰ ਆਪਣੀ ਸਿੱਖੀ ਦੀ ਦਾਤ ਬਖਸ਼ੋ। ਸਤਿਗੁਰਾਂ ਨੇ ਇਹਨੂੰ ਨਾਮ ਦਾਤ ਦੀ ਬਖਸ਼ਿਸ਼ ਕੀਤੀ, ਸਿੱਖੀ ਦੀ ਦਾਤ ਬਖਸ਼ੀ। ਭਾਈ ਭਗੀਰਥ, ਹੁਣ ਇਥੋਂ ਥੋੜਾ ਜਿਹਾ ਆਪਾਂ ਸਾਖੀ ਤੋਂ ਬਾਹਰ ਨਿਕਲਣਾ, ਇਹਦੀ ਅੱਗੇ ਜਾ ਕੇ ਲੜੀ ਜੁੜਨੀ ਹੈ ਤੇ ਪਰ ਉਹਨੂੰ ਆਪਾਂ ਸਾਂਝੇ ਸਾਨੂੰ ਅੱਜ ਹੀ ਕਰਨਾ ਪੈਣਾ ਹੈ। ਭਾਈ ਭਗੀਰਥ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਚੁੱਕਾ ਹੈ। ਇਹ ਰੋਜ਼ਾਨਾ ਜਿਹੜਾ ਹੈ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦਾ ਹੈ ਤੇ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਬੜੇ ਲੋਕ ਗਰੀਬ ਆਉਂਦੇ ਨੇ, ਆਪਣੇ ਦੁੱਖੜੇ ਰੋਂਦੇ ਨੇ, ਸਤਿਗੁਰੂ ਉਹਨਾਂ ਦੀਆਂ ਝੋਲੀਆਂ ਭਰਦੇ ਨੇ। ਅੱਜ ਇੱਕ ਗਰੀਬੜਾ ਜਿਹਾ ਜਿਹੜਾ ਹੈ ਉਹ ਇਸ ਸੁਲਤਾਨਪੁਰ ਦੀ ਧਰਤੀ ਦਾ ਮਨੁੱਖ ਆਇਆ ਸਤਿਗੁਰਾਂ ਦੇ ਕੋਲ। ਕਹਿਣ ਲੱਗਾ ਜੱਜ ਮੋਦੀ ਨੂੰ, ਕਹਿਣ ਲੱਗਾ ਮੇਰੀ ਬੱਚੀ ਦਾ ਵਿਆਹ ਹੈ, ਮੇਰੀ ਬੱਚੀ ਦੀ ਸ਼ਾਦੀ, ਉਹਦੇ ਲਈ ਲੋੜੀਂਦਾ ਸਮਾਨ ਚਾਹੀਦਾ ਹੈ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਮਿਲ ਜਾਏਗਾ। ਜਿਹੜੀ ਲਿਸਟ ਸੀ ਉਹਦੇ ਕੋਲ ਸਤਿਗੁਰਾਂ ਨੇ ਲੈ ਕੇ ਜੋ ਸਮਾਨ ਚਾਹੀਦਾ ਸੀ ਦੇ ਦਿੱਤਾ। ਉਹਦੇ ਵਿੱਚ ਕੁਝ ਸਮਾਨ ਇਹੋ ਜਿਹਾ ਸੀ ਜਿਹੜਾ ਇੱਥੋਂ ਨਹੀਂ ਸੀ ਮਿਲ ਸਕਦਾ, ਜਿਵੇਂ ਬੱਚੀ ਦੇ ਵਿਆਹ ਦਾ ਚੂੜਾ, ਕੁਝ ਹੋਰ ਜ਼ਰੂਰੀ ਵਸਤਾਂ। ਉਹ ਕਹਿਣ ਲੱਗਾ ਮੈਂ ਬੜਾ ਗਰੀਬ ਹਾਂ। ਉਹਨੇ ਮਹਿਮਾ ਸਤਿਗੁਰਾਂ ਦੀ ਸੁਣੀ ਹੋਈ ਸੀ। ਕਹਿਣ ਲੱਗਾ ਮੈਂ ਬੜਾ ਗਰੀਬ ਹਾਂ, ਤੁਸੀਂ ਮੇਰੇ ਤੇ ਇੱਕ ਕਿਰਪਾ ਕਰੋ, ਜੇ ਮੈਨੂੰ ਇਹਨਾਂ ਚੀਜ਼ਾਂ ਦਾ ਵੀ ਕਿਤੇ ਰਹਿਮਤ ਕਰਕੇ ਦਵਾ ਦਿਓ ਤੇ ਮੇਰੇ ਬੱਚੀ ਦਾ ਆਨੰਦ ਕਾਰਜ ਵਿਆਹ ਕਰਨਾ ਸੌਖਾ ਹੋ ਜੇ। ਸਤਿਗੁਰੂ ਕਹਿਣ ਲੱਗੇ ਤੇਰਾ ਵਿਆਹ ਕਦੋਂ? ਬੱਚੀ ਦਾ ਕਹਿਣ ਲੱਗਾ ਜੀ 2 ਦਿਨਾਂ ਤੱਕ। ਕਹਿਣ ਲੱਗੇ ਤੈਨੂੰ ਚੂੜਾ ਮਿਲ ਜਾਏਗਾ, ਸਮਾਨ ਪਹੁੰਚ ਜਾਏਗਾ, ਆ ਰਸਤਾ ਲੈ ਕੇ ਹਲਵਾਈ ਨੂੰ ਦੇ ਦੇ। ਉਹ ਰਸਤਾ ਲੈ ਕੇ ਚਲ ਗਿਆ। ਸਤਿਗੁਰਾਂ ਨੇ ਉਹ ਪਰਚੀ ਜਿਹੜੀ ਹੈ ਭਾਈ ਭਗੀਰਥ ਦੇ ਹੱਥ ਤੇ ਰੱਖ ਦਿੱਤੀ। ਯਾਦ ਰੱਖਿਓ ਸੁਲਤਾਨਪੁਰ ਦਾ ਜਿਹੜਾ ਹਿਸਾਬ ਕਿਤਾਬ ਹੈ ਜਾਂ ਲੈਣ ਦੇਣ ਦਾ ਸਾਰਾ ਮਾਮਲਾ ਇਹ ਲਾਹੌਰ ਚੱਲਦਾ ਹੈ। ਹੁਣ ਸਤਿਗੁਰਾਂ ਨੇ ਭਾਈ ਭਗੀਰਥ ਨੂੰ ਕਿਹਾ, ਕਹਿਣ ਲੱਗੇ ਭਗੀਰਥ ਆ ਪਰਚੀ ਲੈ ਜਾ, ਲੋੜੀਂਦੀਆਂ ਚੀਜ਼ਾਂ ਲੈ ਕੇ ਆ, ਯਾਦ ਰੱਖੀ ਰਹਿਣਾ ਉੱਥੇ 1 ਰਾਤ ਹੀ ਹੈ, ਵੱਧ ਰਿਹਾ ਤੇ ਗੁਰੂ ਦੀ ਖੁਸ਼ੀ ਨਹੀਂ, ਤੈਨੂੰ 1 ਰਾਤ ਰਹਿ ਕੇ ਵਾਪਸ ਆਉਣਾ ਪੈਣਾ। ਭਾਈ ਭਗੀਰਥ ਸਤਿਗੁਰਾਂ ਦੇ ਬਚਨ ਮੰਨ ਕੇ ਸੁਲਤਾਨਪੁਰ ਤੋਂ ਲਾਹੌਰ ਗਿਆ। ਲਾਹੌਰ ਜਾ ਕੇ ਇਹਨੇ ਕੁਝ ਵਸਤਾਂ ਲਈਆਂ ਤੇ ਇਹਦੀ ਜਿਹੜੀ ਹੈ ਮੁਲਾਕਾਤ ਹੈ ਉੱਥੇ ਇੱਕ ਵਪਾਰੀ ਦੇ ਨਾਲ ਹੁੰਦੀ, ਉਹਦਾ ਨਾਮ ਹੈ ਮਨਸੁਖ। ਉਹਦੇ ਨਾਲ ਮੁਲਾਕਾਤ ਹੋਈ ਤੇ ਉਹਦੇ ਕੋਲ ਕੁਝ ਬਚਨ ਬਿਲਾਸ ਹੋਏ, ਕੁਝ ਰਾਤ ਰਹੇ। ਜਦੋਂ ਰਾਤ ਭਾਈ ਭਗੀਰਥ ਰਿਹਾ, ਹੁਣ ਦੇਖੋ ਇੱਥੇ ਫਿਰ ਆਪਾਂ ਇੱਕ ਗੱਲ ਸਾਂਝੀ ਕਰ ਲਈਏ। ਤੁਸੀਂ ਦੀਵਾਲੀ ਤੇ ਦੀਵੇ ਜਗਾਏ ਹੋਣਗੇ, ਇਹ ਇੱਕ ਸੁਭਾਵਕ ਹੈ, ਅਸੀਂ ਬਹੁਤਾ ਖਰਚਾ ਨਹੀਂ ਕਰਦੇ, ਜਿਆਦੀਆਂ ਤੀਲਾਂ ਨਹੀਂ ਫੂਕਦੇ। ਇੱਕ ਮੋਮਬੱਤੀ ਲੈ ਕੇ, ਇੱਕ ਦੀਵਾ ਲੈ ਕੇ ਸਾਰਿਆਂ ਨੂੰ ਜਗਾ ਦਿੱਤਾ ਜਾਂਦਾ ਹੈ। ਇਹ ਕਿੱਡੀ ਕੁਦਰਤੀ ਖੇਡ ਸੀ। ਇੱਕ ਦੀਵਾ ਦੂਜੇ ਨੂੰ ਰੌਸ਼ਨੀ ਦੇ ਦਿੰਦਾ ਹੈ, ਆਪ ਵੀ ਜਗਦਾ ਹੈ ਤੇ ਦੂਸਰੇ ਨੂੰ ਵੀ ਜਗਦਾ ਰਹਿਣ ਦਿੰਦਾ ਹੈ। ਹੁਣ ਭਾਈ ਭਗੀਰਥ ਗੁਰੂ ਨਾਨਕ ਦੀ ਸਿੱਖੀ ਦੇ ਨਾਲ ਅੰਦਰੋਂ ਜਗਿਆ ਪਿਆ ਹੈ। ਇਧਰ ਭਾਈ ਮਨਸੁਖ, ਇਹਦਾ ਹਿਰਦਾ ਬੜਾ ਪਵਿੱਤਰ ਹੈ। 1 ਰਾਤ ਇਹ ਭਾਈ ਭਗੀਰਥ ਭਾਈ ਮਨਸੁਖ ਦੇ ਘਰ ਰਿਹਾ, ਉਹਦੇ ਕੋਲ ਰਿਹਾ। ਉਹਦੇ ਤੇ ਇੰਨਾ ਕੁ ਜ਼ਿਆਦਾ ਪ੍ਰਭਾਵ ਪਿਆ ਕਿ ਭਾਈ ਮਨਸੁਖ ਦੇ ਅੰਦਰ ਦਾ ਦੀਪਕ ਵੀ ਜਲ ਉੱਠਿਆ। ਭਾਈ ਮਨਸੁਖ ਨੂੰ ਭਗੀਰਥ ਕਹਿਣ ਲੱਗਾ ਮੈਂ ਜਿਹੜਾ ਉਹ ਚੂੜਾ ਲੈ ਕੇ ਅੱਜ ਹੀ ਜਿਹੜਾ ਸੁਲਤਾਨਪੁਰ ਨੂੰ ਪਹੁੰਚਣਾ ਹੈ। ਕਹਿੰਦੇ 1-2 ਦਿਨ ਰੁਕ ਜਾਓ, ਚੂੜਾ ਬਣਾਉਣਾ, ਕਿਉਂਕਿ ਉਹਨਾਂ ਸਮਿਆਂ 'ਚ ਜਿਹੜਾ ਚੂੜਾ ਹੁੰਦਾ ਸੀ, ਅੱਜ ਤੇ ਚਲੋ ਕਈ ਤਰ੍ਹਾਂ ਦੇ ਆ ਗਏ ਨਾ, ਉਹ ਹਾਥੀ ਦੇ ਦੰਦਾਂ ਦਾ ਹੁੰਦਾ ਸੀ। ਹਾਥੀ ਦੇ 2 ਤਰ੍ਹਾਂ ਦੇ ਦੰਦ ਹੁੰਦੇ ਨੇ, ਇੱਕ ਬਾਹਰੀ ਜਿਹੜੇ ਅਸੀਂ ਦੇਖਦੇ ਆ, ਇੱਕ ਉਹਦੇ ਅੰਦਰੂਨੀ ਜਿਹੜੇ ਖਾਂਦਾ, ਜਿਹਦੇ ਨਾਲ ਚੀਜ਼ ਖਾਂਦਾ ਹੈ। ਬਾਹਰੀ ਵੇਖਣ ਵਾਲੇ ਦੰਦ ਉਹਦੇ ਮਹਿੰਗੇ ਵੇਖਦੇ ਨੇ। ਇੱਕ ਕਹਾਵਤ ਹੈ ਬੜੀ ਸੋਹਣੀ, ਤੁਸੀਂ ਸ਼ਾਇਦ ਸੁਣੀ ਹੋਏਗੀ, ਹਾਥੀ ਜਿਉਂਦਾ ਲੱਖ ਦਾ, ਮਰਿਆ 1.25 ਲੱਖ ਦਾ। ਮਰਨ ਤੋਂ ਬਾਅਦ ਉਹਦੀਆਂ ਕਈ ਚੀਜ਼ਾਂ ਕੰਮ ਆਉਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਦੰਦ ਬੜੇ ਕੀਮਤੀ ਹੁੰਦੇ ਨੇ। ਉਹਦਾ ਚੂੜਾ ਬਣਦਾ ਸੀ। ਮਨਸੁਖ ਕਹਿਣ ਲੱਗਾ, ਕਹਿੰਦਾ ਵੀ ਇਹਦੇ ਹਾਥੀ ਦੇ ਦੰਦਾਂ ਦਾ ਚੂੜਾ ਬਣਨਾ ਹੈ, ਸਮਾਂ ਲੱਗੇਗਾ 1-2 ਦਿਨ ਰੁਕਣਾ ਪੈਣਾ ਹੈ। ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਹੈ, 1 ਰਾਤ ਤੋਂ ਵੱਧ ਮੈਂ ਰਹਿ ਨਹੀਂ ਸਕਦਾ। ਹੁਣ ਰਾਤ ਰਹਿ ਕੇ ਭਾਈ ਮਨਸੁਖ ਨੇ ਜੀਵਨ ਤੇ ਵੇਖ ਲਿਆ। ਮਨ ਚ ਸੋਚਦਾ ਇਹੋ ਜਿਹਾ ਕਿਹੜਾ ਗੁਰੂ ਹੋਵੇਗਾ ਅੱਜ ਕਲਯੁਗ ਦੇ ਸਮੇਂ, ਭਿਆਨਕ ਸਮੇਂ ਦੇ ਵਿੱਚ ਵੀ ਕੋਈ ਪਹੁੰਚਿਆ ਮਹਾਤਮਾ ਹੋਵੇ। ਭਾਈ ਭਗੀਰਥ ਨੂੰ ਕਹਿਣ ਲੱਗਾ ਗੁੱਸਾ ਨਾ ਕਰੀ, ਅੱਜ ਦੇ ਸਮੇਂ 'ਚ ਮੈਨੂੰ ਨਹੀਂ ਲੱਗਦਾ ਕੋਈ ਪੂਰਾ ਗੁਰੂ ਬੈਠਾ ਹੋਵੇਗਾ। ਅੱਜ ਕੱਲ ਤੇ ਹਰ ਪਾਸੇ ਠੱਗੀ ਮਹਿਕਮਾ ਚੱਲਦਾ ਹੈ। ਭਾਈ ਭਗੀਰਥ ਕਹਿਣ ਲੱਗਾ ਨਹੀਂ, ਜਾ ਕੇ ਵੇਖ, ਜਾ ਕੇ ਤੂੰ ਵੀ ਵੇਖੀ 1 ਵਾਰ। ਕਹਿਣ ਲੱਗਾ ਚੱਲ ਠੀਕ ਹੈ। ਭਾਈ ਮਨਸੁਖ ਦੀ ਬੱਚੀ ਦੀ ਸ਼ਾਦੀ ਸੀ, ਉਹਨੇ ਆਪਣੀ ਧੀ ਵਾਸਤੇ ਜਿਹੜਾ ਚੂੜਾ ਬਣਾਇਆ ਸੀ, ਕਹਿਣ ਲੱਗਾ ਆਹ ਚੂੜਾ ਲੈ ਜਾ, ਤੇਰੇ ਨਾਲ ਮੈਂ ਚੱਲਦਾ, ਪਰ ਇੱਕ ਗੱਲ ਯਾਦ ਰੱਖੀ,
मैं जाके वेखांगा कि गुरु पूरा है या नहीं, मैं मन्नागा। फिर भाई भगीरथ कह लगे चल ठीक है। हुण तुरिया जांदा मन च सोचदा है, मना तू गुरु की परीक्षा किद्दां लैनी है, परखना किद्दां है। मन च आया जे गुरु किते मेरा नाम लैके मैनूं बुला लवे ना, फिर मैं जिहड़ा ओनूं पूरा गुरु मान लवां। सतगुरां दे सामने अजे भाई भगीरथ दे मन सुख गए ही ने, ते सतगुरु कहन लगे भलिया मन दा सुख माणिया भी है कदी कि कल्ला ना ही रखी फिरदा है। जदों इन्नी गल सतगुरां दे मुखार बिंद तो सुनी, भाई मानसुख गुरु दे चरनां दा भौरा बन गया। इन्हें गुरु दे चरनां दे विच नमस्कार कीती, सिੱਖੀ दी दात लई। सतगुरु कहन लगे जाओ जाके बाहरी तौर ते वपार करो, धन दौलत खट्टो, अंदर परमेश्वर दे नाम दी दौलत नूं इकट्ठिया करो। भाई मानसुख भाई भगीरथ तो सिख बनिया। भाई भगीरथ दे राही भाई मानसुख वपार करदा करदा दूर नेड़े जांदा, इह संगला दीप जांदा है जिन्हों अज असीं लंका कहने आ। इत्थे भाई मानसुख जांदा है ते इत्थों दा एक राजा, उहदा नाम है राजा शिवनाभ। ये साखी पूरी करनी पैनी क्योंकि अगे जाके दा जिक्र आना है। राजा शिवनाभ ये एकादशी दा वर्त रखदा है। हुण 15 थित्तां ने, अपने को इन्हां दिनां दा समा नहीं हैगा जे आपां सांझिया कर सके। जिवें 6 रुत्तां ने 15 थित्तां ने, एकम दूज आउंदी है ना, जिवें इहदे विच एकादशी दा वर्त रखिया जांदा है। ਉਹ ਵਰਤ ਦੇ ਵਿੱਚ ਕੋਈ ਚੁੱਲ੍ਹਾ ਨਹੀਂ ਬਾਲਦਾ ਤੇ ਭਾਈ ਮਾਨਸੁਖ ਉਹਦੇ ਰਾਜ ਦੇ ਵਿੱਚ ਗਿਆ। ਭਾਈ ਮਾਨਸੁਖ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਫੜ ਕੇ ਭਾਈ ਜਿਹੜਾ ਹੈ ਉਹ ਰਾਜੇ ਸ਼ਿਵਨਾਭ ਦੇ ਕੋਲ ਲੈ ਗਏ। ਰਾਜੇ ਸ਼ਿਵ ਦੇ ਨਾਭ ਦੇ ਨਾਲ ਜਿਸ ਵੇਲੇ ਵਾਰਤਾਲਾਪ ਹੋਈ ਤੇ ਭਾਈ ਸ਼ਿਵਨਾਭ ਦਾ ਵੀ ਹਿਰਦਾ ਪਵਿੱਤਰ ਸੀ, ਉਹਦੇ ਅੰਦਰ ਵੀ ਗੁਰੂ ਨਾਨਕ ਦੀ ਸਿੱਖੀ ਪੈਦਾ ਹੋ ਗਈ। ਹੁਣ ਸ਼ਿਵਨਾਭ ਇਹ ਗੱਲ ਚਾਹੁੰਦਾ ਹੈ, ਕਹਿਣ ਲੱਗਾ ਮੈਂ ਗੁਰੂ ਨੂੰ ਮਿਲਾਂ ਤੇ ਮਿਲਾਂ ਕਿਵੇਂ। ਮਾਨਸੁਖ ਇੱਕ ਗੱਲ ਜਾਣਦਾ ਹੈ, कहन लगा एक गल याद रखी, तेरा हिरदा पवित्र होवे, गुरु कोल जाण दी लोड़ नहीं, गुरु तेनू आप आण के मिलेगा। असीं भाई गुरदास जी दा एक बचन पढ़दे हां गुरमुखो कि चरण शरण गुर एक पैंडा जाए। एक दा ही है ना, कहंदे गुरु दे कोल एक कदम तुर, सतगुर कोट पैंडा आगे होए लेत है। गुरु करोड़ा पैंडा आगे होके तेनू लैण वास्ते आवेगा। भाई मानसो कह लगा तू गुरु नू इत्थे याद कर, याद रखी गुरु इत्थे दीदार करन, दीदार तेनू देण वास्ते आ जाएगा। भाई मानसुख वापस आ गया। राजा शिवनाभ जिहड़ा है ये मन दे विच भावना रख के गुरु दा जाप करदा है, सिमरन करदा है ते गुरु दी उडीक दे विच है। सतगुरां ने जदों पहली उदासी तो राजे शिवनाभ को जाना, इहदा जिक्र आपां उदों जाके करांगे। मैं साखी अर्ज कर दी, भाई मानसुख भगीरथ तो मानसुख, मानसुख तो राजा शिवनाभ गुरु के चरणों का भौरा बन गया। गल नूं फिर आपां पिछे लै आईए। इत्थे तलवंडी की धरती के उत्ते अनेकां ही कौतक, अनेकां ही सुल्तानपुर की धरती ते सतगुरां ने रहमतां वरताईयां। इन्हां वरतदियां होईयां रहमतां दे विच पिता कालू दूर दूर तक जदों गल्लां पहुंचियां ते सुभावक सी भैण नानकी ने भी कहा होवेगा अपने पिता नूं कि पिता जी तुसी मेरे वीर नूं एवें माड़ा कहिंदे सो, आण के वेखो सुल्तानपुर दा तीला तीला मेरे वीर दी महिमा पिया करदा है। आखिर पिता कालू जी तलवंडी तो चल के सुल्तानपुर की धरती ते आउंदे ने। आण के भाई जिहड़े पिता कालू जी ने सतगुरां नूं मिलदे ने, कहण लगे पुत्तर मैं सुनिया तू इत्थे एक मोदी दी कार बड़ी वधिया तरीके दे नाल करदा। सतगुरु कहण लगे हाँ पिता जी। कह लगे इत्थे खट्टी कमाई भी बड़ी है, बड़ी चंगी मोटी रकम है, मैं अगे जाके अर्ज करनी है। जो तीसरी बारी हिसाब किया जाता 760 रुपये निकलते हैं, अज दे करोड़ां वर्गे सन। इहदा भाव सी कि मोटी बचत हुंदी सी उस वेले खजाने दे विचों, इस माल महकमे दे विचों। ये काम कोई छोटा निक्की दुकान है सतगुरां दी समझिओ। असीं ते बयान कर लगे छोटी जी विखा दी ना कि छोटा जिहा काम सी नहीं। ये नवाब दौलत खां दे अधीन जिन्ने इलाके ने सारियां दा हिसाब किताब इत्थे हुंदा है, ये गल याद रखियो। पिता कह लगे पुत्र खट्टी कमाई बड़ी कीती होवेगी। कह लगे हाँ पिता जी कमाई बड़ी मोटी है। मन च सोचा चलो शुक्र है मेरे पुत्र नूं किते दे मन च समझ पई ना, पैसे कमाउण लगा। कह लगे पुत्र मैं ते नहीं कुछ कहंदा, पर तेरी मां एक गल चाहुंदी है। कहंदे दसो पिता जी। कह लगे रब दी किरपा दे नाल साडे घर च बहुत कुछ है, माल डंगर भी है, पैली बन्ना मैं भी पटवार खाना करदा, पैसे की कमी नहीं। पर पुत्र मां तेरी चाहती है कि तेरे माया दा, तेरी कमाई का थोड़ा जिहा उन्होंने हिस्सा मिले तो उहदे 2 प्रशादे छकना चाहती है। ये मां बाप के मन की लालसा होंदी है ना। प्यो भावें खुद डीसी लगा होवे,
ਪੁੱਤਰ ਨੂੰ ਵੀ ਆਂਦਾ ਵੀ ਤੂੰ ਕਮਾਈ ਲਿਆ ਕੇ ਤੇ ਆਪਣੀ ਕਮਾਈ ਮੈਨੂੰ ਥੋੜੀ ਜਿਹੀ ਖਵਾ, ਉਹਦਾ ਸਵਾਦ ਵੱਖਰਾ ਹੁੰਦਾ ਹੈ। ਇਹ ਸੁਭਾਵਿਕ ਸੀ। ਇਹ ਮਾਤਾ ਤ੍ਰਿਪਤਾ ਵੀ ਇਹ ਗੱਲ ਚਾਹੁੰਦੇ ਸਨ। ਤੇ ਜਿਸ ਵੇਲੇ ਕਹਿਣ ਲੱਗੇ ਤੇਰੀ ਮਾਂ ਚਾਹੁੰਦੀ ਹੈ ਕਿ ਉਹ ਤੇਰੀ ਕਮਾਈ ਦੇ 2 ਪ੍ਰਸ਼ਾਦੇ ਛਕ ਕੇ ਉਹਦਾ ਆਨੰਦ ਮਾਣੇ, ਸਤਿਗੁਰੂ ਕਹਿਣ ਲੱਗੇ ਪਿਤਾ ਜੀ ਉਹਦੇ ਵਾਸਤੇ ਮਾਇਆ ਨਹੀਂ ਹੈਗੀ। ਸਤਿਗੁਰੂ ਕਹਿਣ ਲੱਗੇ ਕੀ ਗੱਲ, ਕਿਤੇ ਰੱਖੀ ਹੈ? ਕਹਿੰਦੇ ਹਾਂ ਪਿਤਾ ਜੀ ਮੈਂ ਮਾਇਆ ਸਾਂਭ ਕੇ ਰੱਖੀ ਹੈ। ਕਹਿੰਦੇ ਵਾਹ, ਪੁੱਤਰ ਮੇਰਾ ਬੜਾ ਲਾਇਕ ਹੋ ਗਿਆ। ਕਹਿੰਦੇ ਕਿੱਥੇ ਸਾਂਭ ਕੇ ਰੱਖੀ ਹੈ? ਭੈਣ ਕੋ ਰੱਖੀ ਹੋਣੀ ਹੈ, ਨਾਨਕੀ ਕੋਲ। ਕਹਿੰਦੇ ਨਹੀਂ ਪਿਤਾ ਜੀ। ਕਹਿੰਦੇ ਠੀਕ, ਆਪਣੇ ਜੀਜੇ ਕੋਲ ਭਾਈ ਜੈ ਰਾਮ ਕੋ ਰੱਖੀ ਹੋਵੇਗੀ? ਕਹਿਣ ਲੱਗੇ ਨਹੀਂ ਪਿਤਾ ਜੀ। ਕਹਿੰਦੇ ਨਵਾਬ ਦੇ ਕੋਲ ਰੱਖੀ ਹੈ? ਕਹਿੰਦੇ ਨਹੀਂ ਪਿਤਾ ਜੀ। ਕਹਿੰਦੇ ਪਤਨੀ ਨੂੰ ਸੁਲੱਖਣੀ ਨੂੰ ਫੜਾਈ ਹੈ ਮਾਇਆ ਘਰ ਚ? ਕਹਿੰਦੇ ਨਹੀਂ ਪਿਤਾ ਜੀ। ਪੁੱਤਰ ਮੈਨੂੰ ਸਮਝ ਨਹੀਂ ਆਉਂਦੀ, ਮਾਇਆ ਨਾ ਨਾਨਕੀ ਕੋਲ ਹੈ, ਨਾ ਜੈ ਰਾਮ ਦੇ ਕੋਲ ਹੈ, ਨਾ ਸੁਲੱਖਣੀ ਦੇ ਕੋਲ ਹੈ, ਨਾ ਦੌਲਤ ਖਾਂ ਦੇ ਕੋਲ, ਰੱਖੀ ਤੇ ਰੱਖੀ ਕਿਹਦੇ ਕੋਲ ਹੈ? ਸਤਿਗੁਰੂ ਕਹਿਣ ਲੱਗੇ ਪਿਤਾ ਜੀ ਮਾਇਆ ਗਰੀਬਾਂ ਦੇ ਕੋਲ ਰੱਖੀ ਹੈ। ਪਿਤਾ ਕਾਲੂ ਕਹਿ ਲੱਗਾ ਪੁੱਤਰ ਤੂੰ ਫੇਰ ਭੋਲੀਆਂ ਗੱਲਾਂ ਕਰਦਾ, ਗਰੀਬ ਨਹੀਂ ਕਦੀ ਪੈਸੇ ਮੋੜਦੇ ਹੁੰਦੇ, ਇਹਨਾਂ ਗਰੀਬਾਂ ਦੇ ਕੋਲ ਵਾਪਸ ਨਹੀਂ ਕੋਈ ਆਉਣਾ। ਸਤਿਗੁਰੂ ਕਹਿਣ ਲੱਗੇ ਨਹੀਂ ਪਿਤਾ ਜੀ ਇਹ ਮੋੜਨਗੇ। ਕਹਿੰਦੇ ਪੁੱਤ ਨਹੀਂ, ਮੇਰਾ ਜ਼ਿੰਦਗੀ ਦਾ ਤਜਰਬਾ ਹੈ। ਸਤਿਗੁਰੂ ਕਹਿੰਦੇ ਤੁਹਾਡੀ ਜ਼ਿੰਦਗੀ ਦਾ ਤਜਰਬਾ ਹੋਏਗਾ, ਮੇਰੇ ਨਾਲ ਚੱਲੋ। ਸ਼ਾਮਾਂ ਹੋਈਆਂ, ਪਿਤਾ ਦੀ ਬਾਹ ਫੜੀ, ਸੁਲਤਾਨਪੁਰ ਦੀਆਂ ਗਲੀਆਂ ਦੇ ਵਿੱਚ ਜਿਹੜਾ ਹੈ ਉਹ ਝੁੱਗੀਆਂ ਵਾਲੇ ਪਾਸੇ ਮੇਰੇ ਸਤਿਗੁਰੂ ਪਿਤਾ ਕਾਲੂ ਨੂੰ ਲੈ ਕੇ ਚਲ ਗਏ। ਹੁਣ ਲੋਕ ਦੇਖਦੇ ਨੇ ਕਿ ਇਹ ਮੋਦੀ ਜਿਹੜਾ ਇਹ ਨਾਨਕ ਜਾਂ ਸਤਿਗੁਰੂ ਨਾਨਕ ਸ਼ਬਦ ਆਪਾਂ ਵਰਤ ਲਈਏ, ਇਹਨਾਂ ਦੇ ਪਿਤਾ ਜੀ ਆਏ ਨੇ। ਇੱਥੇ ਇੱਕ ਗੱਲ ਭਾਵਨਾ ਦੇ ਨਾਲ ਸੁਣਿਓ, ਯਾਦ ਰੱਖਿਓ, ਜਿਹਨੂੰ ਰੋਟੀ ਨਹੀਂ ਸੀ ਕਦੀ ਮਿਲਦੀ ਖਾਣ ਨੂੰ, ਅੱਜ ਰੋਟੀ ਖਾਧੀ, ਕੱਲ ਮਿਲਣੀ ਹੈ ਕਿ ਨਹੀਂ ਮਿਲਣੀ ਪਤਾ ਨਹੀਂ ਸੀ। ਬੱਚੇ ਭੁੱਖ ਨਾਲ ਮਰਦੇ ਸਨ, ਉਹ ਰਜਵੀ ਰੋਟੀ ਖਾਣ ਲੱਗ ਪਏ। ਜਿਸ ਮਨੁੱਖ ਦੇ ਖਾਤਰ ਉਹਦੀ ਕਿੰਨੀ ਇੱਜ਼ਤ ਹੋਵੇਗੀ, ਉਹਦੇ ਮਨ ਦੇ ਵਿੱਚ ਕਿੰਨਾ ਸਤਿਕਾਰ ਹੋਵੇਗਾ। ਆਖਰ ਲੋਕ ਵੇਖਦੇ ਨੇ ਕਿ ਇਹ ਨਾਨਕ ਜੀ ਦੇ ਪਿਤਾ ਸਤਿਗੁਰੂ ਨਾਨਕ ਦੇ ਪਿਤਾ ਜੀ ਆਏ ਨੇ। ਲੋਕ ਆਣ ਕੇ ਪਿਤਾ ਕਾਲੂ ਜੀ ਦੇ ਚਰਨੀ ਢੱਠੇ, ਪੈਰ ਚੁੰਮ ਚੁੰਮ ਕੇ ਕਹਿੰਦੇ ਨੇ ਕਾਲੂ ਜੀ ਕਿਹੋ ਜਿਹਾ ਪੁੱਤਰ ਜੰਮਿਆ ਏ, ਸਾਡੇ ਬੱਚਿਆਂ ਨੇ ਕਦੀ ਰੋਟੀ ਦਾ ਰਜਵਾ ਮੂੰਹ ਨਹੀਂ ਸੀ ਵੇਖਿਆ ਹੁੰਦਾ। ਹੁਣ ਤੇ ਆਨੰਦ ਭੰਡਾਰ ਜਿਹੜੇ ਨੇ ਉਹ ਖਜ਼ਾਨੇ ਭਰੇ ਰਹਿੰਦੇ ਨੇ ਤੇਰੇ ਪੁੱਤਰ ਦੇ ਕਰਕੇ ਹੈ। ਇੱਕ ਨੇ ਨਹੀਂ, ਸਤਿਗੁਰਾਂ ਨੇ ਸਾਰੀ ਬਸਤੀ ਘਮਾਈ, ਸੁਲਤਾਨਪੁਰ ਫਿਰਿਆ। ਯਾਦ ਰੱਖਿਓ ਸੁਲਤਾਨਪੁਰ ਦਾ ਤੀਲਾ ਤੀਲਾ ਧੰਨ ਗੁਰੂ ਨਾਨਕ ਪੀਂਦਾ ਸੀ। ਹਰ ਗਰੀਬ ਨੇ ਪਿਤਾ ਕਾਲੂ ਦੇ ਚਰਨਾਂ ਤੇ ਢੱਟ ਕੇ ਅਸੀਸਾਂ ਦਿੱਤੀਆਂ। ਪਿਤਾ ਕਾਲੂ ਨੇ ਪੁੱਤਰ ਨੂੰ ਸੀਨੇ ਦੇ ਨਾਲ ਲਾ ਕੇ ਇੱਕ ਗੱਲ ਕਹੀ, ਕਹਿਣ ਲੱਗੇ ਪੁੱਤਰ ਮੈਨੂੰ ਵਾਕਈ ਸਮਝ ਨਹੀਂ ਸੀ, ਜਿਹੜੀ ਤੂੰ ਕਮਾਈ ਕੀਤੀ ਹੈ ਵਾਕਈ ਮੁੜ ਕੇ ਆ ਗਈ, ਮੈਂ ਤਾਂ ਐਵੇਂ ਮਾਇਆ ਦੇ ਵਿੱਚ ਉਲਝਿਆ ਰਿਹਾ। ਆਖਰ ਪਿਤਾ ਕਾਲੂ ਜੀ ਜਿਹੜੇ ਨੇ ਇਤੋਂ ਕੁਝ ਸਮਾਂ ਪਾ ਕੇ ਵਾਪਸ ਆਪਣੇ ਨਗਰ ਨੂੰ ਤਲਵੰਡੀ ਨੂੰ ਚਲੇ ਜਾਂਦੇ ਨੇ। ਇੱਥੇ ਮੇਰੇ ਸਤਿਗੁਰਾਂ ਦੀ ਹੁਣ ਚੜ੍ਹਤ ਬੜੀ ਹੋ ਗਈ ਹੈ, ਕਿਉਂਕਿ ਇਹ ਜਿਹੜਾ ਪਹਿਲਾ ਮੋਦੀ ਸੀ ਉਹ ਬੇਈਮਾਨੀ ਬੜੀ ਕਰਦਾ ਸੀ। ਸਤਿਗੁਰੂ ਇਮਾਨਦਾਰੀ ਦੇ ਨਾਲ 13 ਤੋਲਦੇ ਨੇ। ਤੇ ਮੈਂ ਜਿਵੇਂ ਹੁਣੇ ਅਰਜ਼ ਕੀਤੀ ਕਿ ਮਾੜੇ ਤੋਂ ਮਾੜਾ ਮਨੁੱਖ ਵੀ ਢਿੱਡ ਭਰ ਕੇ ਸੌਂਦਾ। ਜਿਹੜੇ ਗੁਰੂ ਇਹ ਦੋਖੀ ਨੇ ਜਾਂ ਇਉਂ ਕਹਿੰਦਾ ਜਿਹੜੇ ਰਿਸ਼ਵਤਖੋਰ ਨੇ, ਇਹ ਮਾਲ ਮਹਿਕਮਾ ਏਦਾਂ ਹੀ ਸਾਡਾ ਚੱਲਦਾ ਨਾ। ਕੋਈ ਵੀ ਚੀਜ਼ ਹੈ ਉਹ ਸੰਗਲੀ ਦੇ ਨਾਲ ਚੱਲਦੀ ਹੈ, ਸੰਗਲੀ ਬਣ ਕੇ ਜੰਜੀਰ ਬਣ ਕੇ ਚੱਲਦੀ ਹੈ। ਥੱਲੜਾ ਬੰਦਾ ਪੈਸੇ ਖਾਂਦਾ ਹੈ, ਉਹਦਾ ਉਤਲਾ ਅਫਸਰ ਖਾਂਦਾ ਹੈ, ਫਿਰ ਉੱਤੇ ਰਿਸ਼ਵਤ ਜਾਂਦੀ 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 ਉਹ ਰਿਸ਼ਵਤ ਉੱਤੋਂ ਤੱਕ ਪਹੁੰਚਦੀ ਹੈ। ਇਹ ਸਾਰੇ ਮਹਿਕਮਿਆਂ ਦੇ ਵਿੱਚ ਹੈ। ਹੁਣ ਜਿਨ੍ਹਾਂ ਨੂੰ ਖਾਣ ਨੂੰ ਕੁਛ ਨਹੀਂ ਸੀ ਰਿਸ਼ਵਤ ਮਿਲਦੀ, ਅੱਗੇ ਮੋਦੀ ਵੀ ਖਾਂਦਾ ਸੀ, ਅਹਿਲਕਾਰ ਉਤਲੇ ਵੀ ਖਾਂਦੇ ਸਨ। ਹੁਣ ਸਤਿਗੁਰੂ ਇਮਾਨਦਾਰੀ ਦੇ ਨਾਲ ਚੱਲਦੇ ਨੇ, ਉਤਲੇ ਨੂੰ ਮਿਲਦਾ ਕੁਛ ਨਹੀਂ। ਉਹਨਾਂ ਦੇ ਅੰਦਰ ਜਿਹੜੀ ਸੀ ਉਹ ਦੋਖ, ਉਹਨਾਂ ਦੇ ਅੰਦਰ ਈਰਖਾ ਸਤਿਗੁਰਾਂ ਲਈ ਪੈਦਾ ਹੋ ਗਈ। ਉਹ ਦੇਖਦੇ ਨੇ ਜਿਹੜਾ ਵੀ ਆਉਂਦਾ ਹੈ ਇਹ ਰੱਜ ਕੇ ਰੋਟੀ ਖਾਂਦਾ ਹੈ। ਅਗਲੀ ਗੱਲ, ਕੋਈ ਮਨੁੱਖ ਭੁੱਖਾ ਹੈ ਨਾ ਤੇ ਤੁਹਾਡੀ ਜੇਬ 'ਚ 4 ਟਕੇ ਨੇ, ਤੁਹਾਡੀ ਜੇਬ 'ਚ 2 ਰੋਟੀਆਂ ਨੇ, ਉਹ ਤੁਹਾਡੇ ਆਣ ਕੇ ਤਰਲੇ ਕੱਢੇਗਾ ਮੇਰੀ ਰੋਟੀ ਹੱਥ ਦੇ ਉੱਤੇ ਤਲੀ ਦੀ ਬੁਰਕੀ ਤਲੀ ਦੇ ਉੱਤੇ ਰੋਟੀ ਦਾ ਇੱਕ ਟੁਕੜਾ ਰੱਖ ਦੇ। ਜਿਹੜੇ ਲੋਕ ਇਹਨਾਂ ਦੇ ਅੱਗੇ ਅੱਗੇ ਤਰਲੇ ਕੱਢਦੇ ਸਨ, ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਰਜਵੀ ਰੋਟੀ ਮਿਲਣ ਲੱਗ ਪਈ। ਇਹਨਾਂ ਨੂੰ ਕਿੰਨਾ ਨੇ ਪੁੱਛਣਾ ਸੀ? ਉਹਨਾਂ ਦੇ ਅੰਦਰ ਇਹ ਵੀ ਦੋਖੀ ਪੈਦਾ ਹੋਇਆ ਵੀ ਇਹ ਚੰਗਾ ਮੋਦੀ ਆਇਆ ਹੈ, ਨਾ ਸਾਡੀ ਕੋਈ ਇੱਥੇ ਬਾਤ ਪੁੱਛਦਾ ਹੈ, ਨਾ ਸਾਨੂੰ ਕੋਈ ਜਿਹੜਾ ਉੱਤੋਂ ਰਿਸ਼ਵਤ ਦਾ ਪੈਸਾ ਹੁੰਦਾ ਹੈ। ਇਹਨਾਂ ਕੋਈ ਨਾ ਕੋਈ ਜੁਗਾੜ ਕਰਨਾ ਪੈਣਾ। ਹਾਰ ਕੇ ਇਹਨਾਂ ਨੇ ਇਕੱਠਿਆਂ ਨੇ ਹੋ ਕੇ ਸਤਿਗੁਰਾਂ ਦੀ ਸ਼ਿਕਾਇਤ ਨਵਾਬ ਦੌਲਤ ਖਾਂ ਦੇ ਕੋਲ ਕਰ ਦਿੱਤੀ। ਦੌਲਤ ਖਾਂ ਜਿਹੜਾ ਹੈ ਉਹ ਪ੍ਰਭਾਵਿਤ ਬੜਾ ਸੀ ਸਤਿਗੁਰਾਂ ਤੋਂ। ਕਹਿਣ ਲੱਗਾ, ਸਤਿਗੁਰਾਂ ਨੂੰ ਬੁਲਾ ਕੇ ਕਹਿਣ ਲੱਗਾ ਨਾਨਕ ਜੀ ਆਪਾਂ ਵਾਵਾ ਲੰਮਾ ਸਮਾਂ ਹੋ ਗਿਆ ਕਦੀ ਹਿਸਾਬ ਕਿਤਾਬ ਨਹੀਂ ਕੀਤਾ, ਮੈਂ ਚਾਹੁੰਦਾ ਲੇਖਾ ਜੋਖਾ ਹੋ ਜਾਏ। ਸਤਿਗੁਰੂ ਜਾਣੀ ਜਾਣ ਸਨ। ਕਹਿਣ ਲੱਗੇ ਕੋਈ ਗੱਲ ਨਹੀਂ ਕਰ ਲਓ।
आखिर लेखा जोखा होया कवि संतोख सिंह के मुताबिक पहली बारी लेखा जोखा होया तो 135 रुपये सतगुरां दे वध निकले। ये उन्हां समयां दी गिनती मैं दस रहा। 135 रुपये वध निकले। दोखियां दा जिहड़ा वो मूँह ढट गया, शर्मिंदे होए। समा पा के दूजी बारी फिर उन्होंने चुगली की, फिर हिसाब किताब होया, दूजी बारी 321 रुपये वध निकले। तीजी वार फिर सतगुरां ने हुण ये एक सुभावक सी कि गरीब आण के सतगुरां दे अगे झोली अड्डदे सन। सतगुरु झोलियां भर भर के वंडदे सन। उन्होंने नवाब दौलत खान नूं बाहों फड़ के लिआंदा, कहंदे आप ही वेख ला, ये गिनती मिनती नहीं करदा, हुण ते लेखा करा ला। तीसरी वारी जो लेखा किया तो 760 रुपये सतगुरां दे वध निकले। सारे शर्मिंदे हो गए। सतगुरु जी अपने घर नूं चले गए। घर च जाके सलाह की भैन नानकी भाई जय राम जी दे नाल, माता सुलखनी दे नाल। कहंदे मैं मोदी दी कार नहीं करनी, ये नौकरी नहीं करनी। कह लगे की गल होई? कह लगे कि ये जिहड़े लोक ने इन्हां नूं मेरी ईमानदारी दे उत्ते शक है। जिथे इन्हां नोका टोकी हुंदी होवे, जिथे सच दी आवाज दे उत्ते झूठ दा बोल बाला होवे, मैं उत्थे नहीं रह सकदा। आखिर इह सलाह मशवरे दे नाल सतगुरां ने एक जिहड़ी सी मोदी दी कार छड्ड दित्ती। इत्थे रहिंदियां ही जदों सतगुरां ने मोदी दी कार छड्डी, ये रोजाना दी सतगुरां दी रूटीन है। ये वेई नदी दे विच इशनान करन जांदे ने। एक दिन आया सतगुरु इशनान करन गए, सेवक कपड़े फड़ के खलोता है। सतगुरु इशनान करन गए ते वेई दे विच ही अलोप हो गए, बाहर ना निकले। मोदी घड़ी ढीक, जिहड़ा सेवादार घड़ी ढीक, 2 घड़ियां ढीक ढीकदा होया आखिर भज के भैन नानकी दे कोल आया। घर आया, माता सुलखनी दे कोल आया। आके कहन लगा सतगुरु जी नदी दे विच इशनान करन गए पर बाहर नहीं निकले, वो डुब गए। इत्थे एक गल होर याद रखियो, मैं हुणे अर्ज कीती कि भुखियां नूं इत्थे रोटी मिली, जिहड़े रूह तो भुखे सन उन्हां नूं कीर्तन मिलिया, ते जिहड़े गुरु नानक दे चरनां दे भौरे होणगे, जिहड़े उन्हां दे कन्नी ये बोल पए कि गुरु, एक मैं शब्द वरतन लगा सिर्फ समझण वास्ते कि गुरु नानक साहब वेई दे पहाड़ा उन्हां वो दिन हड़ां दे सन। हड़ां दे विच इउं प्रतीत हुंदा सी जिवें रुड़ गए। इउं उन्हें आण के कहा कि गुरु नानक साहब डुब गए। जिहड़े जान वारदे सन गुरु नानक साहब तो उन्हां दे अंदर की बीती होवेगी कि साडा मुरशद अज डुब किवें गया। सारी सुल्तानपुर दी धरती दे उत्ते हाहाकार मच गई। जिहड़ा जो कुछ भी करदा सी उन्हें अपने किरतकार उत्थे छड्ड के, जिहड़े चुब्बी मार सकदे सन उन्हां ने चुब्बियां मारियां, जिहड़े जाल पा सकदे सन उन्हां ने जाल पाए। हफड़ा दफड़ी सारे पासे मच गई। आखिर गुरु नानक साहब दे घर दे विच माता सुलखनी दे कोल भैन नानकी भी आ गई। इत्थे भाई जय राम होर भी प्रेम बड़ा बन चुका सी सतगुरां दा। सारे आण के बैठ गए। एक गल गुरमुखो याद रखियो, मैं तुहानूं इत्थे साखी सुनाउण नहीं आया, क्योंकि साखियां ते अज सोशल मीडिया ते असीं सारे रहिंदे आ। साखियां सानूं सोशल मीडिया तो मिल जाना। मैं तुहाडे नाल गुरु दी गल करना आ, भावना दे नाल सुनियो। जिन्हां दा हरमन प्यारा जां जिन्हां दा कलेजे दा टुकड़ा अज वापस नहीं आया नदी तो वो लोकां ते की बीतदी। कोई आउंदा है दुहत्थड़ा मार के रोंदा है, कोई सतगुरां दे उपकार नूं याद करके रोंदा है, कोई अपने पेट ते हथ मार के रोंदा। इस चंदरे पेट नूं भरन वाला नानक सी, वो कित्थे चला गया। ये सारियां रोंदियां दे विच जे सबर करके बैठी है तो बेबे नानकी बैठी हुई है। बेबे नानकी ने बिल्कुल सबर करके बैठी हुई है। अख दे विचों अथरू नहीं घेरिया। ते आप जी सियाणे जे, ये एक कुदरत दा नियम है। जदों मनुख नूं दुख आउंदा है ना, इहदा अंदरों जिहड़ा दुख है वो अथरूआं दे नाल बाहर प्रगट हो जाता है। ते जिहड़ा मनुख रोवे ना, कई बारी उहदा हिरदा कठोर हो जाता, जिन्हों असीं पत्थर दिल कह दिंदे आ। कई बारी मनुख ते इहो जिहा समां आउंदा, इहो जी कुदरत वल्लों सੱਟ ਵੱਜਦੀ है, उहदा इन्ना क दिल पत्थर हो जाता है। सारी उम्र उहदे सामने जो मर्जी हुंदा रहे, उहदी अख दे विचों अथरू नहीं निकलदा। असीं कह दिंदे बंदा पत्थर हो गया, उहदे ते किसी चीज़ दा हुण असर कोई नहीं हुंदा, उहदी सुरत बेसुरत हो चुकी है। हुण जिहड़ियां सुल्तानपुर दियां सियाणियां दयाणियां बीबियां ने, इन्हां ने सोचिया कि बेबे नानकी नूं भैण सी, सदमा ज्यादा लगा है जापदा। कुछ ने कहा कि इन्हां नूं कोल जाके रवाउण दा यतन करो, इहदा अंदर दा दुख अथरूआं दे नाल बाहर आ जावे। जे दुख ना आया ते किते ये पत्थर ना दिल हो जावे। इस करके जरूरी है दानियां जिहड़ियां बीबियां सन भैन नानकी दे कोल जाके ओ शब्द वरते
ਜਿਹਦੇ ਨਾਲ ਵੱਡੇ ਤੋਂ ਵੱਡੇ ਹੌਸਲੇ ਵਾਲਾ ਵੀ ਮਨੁੱਖ ਰੋ ਪੈਂਦਾ ਸੀ। ਜਾ ਕੇ ਕਹਿਣ ਲੱਗੀ, ਨਾਨਕੀ ਤੇਰੇ ਵੀਰ ਨੇ ਨਹੀਂ ਆਉਣਾ। ਨਾਨਕੀ ਤੇਰੀ ਭੈਣ ਜਿਹੜੀ ਭਰਜਾਈ ਹੈ, ਇਹਦੇ ਸਿਰ ਦਾ ਸਾਈਂ ਨਹੀਂ ਰਿਹਾ। ਨਾਨਕੀ ਜਿਹੜੇ ਵੀਰ ਤੇ ਤੂੰ ਪਹਾੜ ਜਿੱਡਾ ਮਾਣ ਕਰਦੀ ਸਾ, ਤੇਰਾ ਅੱਜ ਉਹ ਪਹਾੜ ਖੇਰੂ ਖੇਰੂ ਹੋ ਗਿਆ। ਨਾਨਕੀ ਜਿਹੜੇ ਵੀਰ ਦੀਆਂ ਅੱਗੇ ਰਾਹਾਂ ਢੀਕਦੀ ਸਾਂ, ਰਾਹਾਂ ਵੇਂਦੀ ਸਾਂ, ਅੱਜ ਉਹਨੇ ਵੀਰ ਨੂੰ ਤੇਰੇ ਨੂੰ ਵੇਈ ਨਦੀ ਦੀ ਛੱਲਾਂ ਆਪਣੇ ਨਾਲ ਲੈ ਗਈਆਂ। ਤੇਰੇ ਅੰਦਰ ਨੂੰ ਕੀ ਧੂ ਪਈ ਹੈ, ਤੇਰੇ ਅੱਖ 'ਚ ਅਥਰੂ ਕੋਈ ਨਹੀਂ, ਤੇਰਾ ਵੀਰ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ। ਨਾਨਕੀ ਤੇਰਾ ਵੀਰ ਵੇਈ ਨੇ ਡੋਬ ਦਿੱਤਾ ਫੜ ਕੇ। ਇਹਨਾਂ ਬੱਚਿਆਂ ਦਾ ਕੌਣ ਆਸਰਾ ਹੈ? ਹੁਣ ਤੈਨੂੰ ਆਪਣੇ ਸਹੁਰੇ ਪਰਿਵਾਰ ਦੇ ਨਾਲ ਮਾਂ ਬਾਪ ਨੂੰ ਵੀ ਸਾਂਭਣਾ ਪੈਣਾ ਹੈ, ਭਰਜਾਈ ਦਾ ਵੀ ਤੈਨੂੰ ਖਿਆਲ ਕਰਨਾ ਪੈਣਾ। ਨਾਨਕੀ ਹੁਣ ਤੇਰਾ ਸਾਰਾ ਜਹਾਨ ਹੀ ਲੁੱਟਿਆ ਗਿਆ। ਜਿਸ ਵੇਲੇ ਇਹਨੇ ਕੀਰਨੇ ਭਰੇ ਗੱਲਾਂ ਬੀਬੀਆਂ ਨੇ ਬੇਬੇ ਨਾਨਕੀ ਨੂੰ ਕਹੀਆਂ, ਬੇਬੇ ਨਾਨਕੀ ਦਾ ਹਿਰਮੁਖਾਰ ਬਿੰਦ ਖੁੱਲਿਆ। ਬੇਬੇ ਨਾਨਕੀ ਕਹਿਣ ਲੱਗੀ, ਆਪਣੀਆਂ ਕਹੀ ਜਾਂਦੀਆਂ ਜੇ ਮੇਰੀ ਵੀ ਸੁਣ ਲਓ। ਕਹਿਣ ਲੱਗੇ, ਅਸੀਂ ਤੇਰੀ ਸੁਣਨ ਵਾਸਤੇ ਤੇ ਤੈਨੂੰ ਇਹ ਗੱਲ ਸਮਝਾ ਰਹੀਆਂ ਹਾਂ। ਯਾਦ ਰੱਖਿਓ, ਇੰਨਾ ਭਰੋਸਾ ਸੀ ਬੇਬੇ ਨਾਨਕੀ ਨੂੰ। ਕਹਿਣ ਲੱਗੀ, ਮੇਰਾ ਵੀਰ ਡੁੱਬਿਆ ਨਹੀਂ, ਉਹ ਤੇ ਜਗਤ ਨੂੰ ਤਾਰਨ ਆਇਆ ਏ। ਜਿਹੜਾ ਜਗਤ ਨੂੰ ਤਾਰਨ ਆਇਆ, ਤੁਹਾਨੂੰ ਭੁਲੇਖਾ ਏ। ਤੁਸੀਂ ਸਾਰੇ ਕਹਿੰਦੇ ਜੇ ਮੇਰਾ ਵੀਰ ਡੁੱਬ ਗਿਆ, ਪਰ ਮੇਰਾ ਵਿਸ਼ਵਾਸ ਕਹਿੰਦਾ ਜਿਹਨੇ ਸੰਸਾਰ ਨੂੰ ਤਾਰਨਾ, ਉਹਨੂੰ ਨਦੀ ਜਾਂ ਕੋਈ ਮਾਈ ਦਾ ਲਾਲ ਡੋਬ ਨਹੀਂ ਸਕਦਾ। ਵੇਖਿਓ, ਮੇਰਾ ਵੀਰ ਆਵੇਗਾ, ਬਾਹਰ ਆ ਕੇ ਜ਼ਰੂਰ ਮਿਲੇਗਾ। ਕਈਆਂ ਦੇ ਮਨ 'ਚ ਇਹ ਵੀ ਗੱਲ ਆਈ ਕਿ ਜਾਦੀ ਦਿਲ ਇਹਦੇ ਨੂੰ ਸੱਟ ਵੱਜੀ ਹੈ, ਪਰ ਇਹ ਜਿਹੜੀ ਨਾਨਕੀ ਹੈ ਇਹ ਹੋਸ਼ ਗਵਾ ਬੈਠੀ, ਤਾਂ ਕਰਕੇ ਏਦਾਂ ਗੱਲ ਕਰਦੀ ਹੈ। ਪਰ ਯਾਦ ਰੱਖਿਓ, ਸਾਰਾ ਸੁਲਤਾਨਪੁਰ ਅੱਜ ਰੋਂਦਾ ਪਿਆ ਹੈ। ਇਹਦੇ ਵਿੱਚ ਜੇ ਦ੍ਰਿੜ ਹੋ ਕੇ ਬੈਠੀ ਹੈ ਤੇ ਬੇਬੇ ਨਾਨਕੀ ਭਾਵਨਾ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਇੰਤਜ਼ਾਰ ਕਰਦੀ ਪਈ ਹੈ। ਗੁਰੂ ਨਾਨਕ ਸਾਹਿਬ ਵੇਈ ਦੇ ਵਿੱਚ ਨੇ। ਇਹਦੇ ਬਾਬਤ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ, ਸਿੱਖ ਇਤਿਹਾਸ ਕੀ ਬੋਲਦਾ, ਸਤਿਗੁਰੂ ਕਿੱਥੇ ਜਾਂਦੇ ਨੇ, ਇਹ ਸਾਰੀ ਵਾਰਤਾ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਾਂਝੀ ਕਰਾਂਗੇ। ਸਮੇਂ ਦੀ ਸਮਾਪਤੀ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,